ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜਿਉ ਬੁਲਾਵੇ ਤਿਉ ਬੋਲਾਂ ਸੁਆਮੀ कुदरत कवन हमारी साध संग नानक जस गायो जो प्रभ की आत प्यारी इन्ने ताप निवारण हारा दुख हंता सुख रास ताको बिघ्न न को लागे जागी प्रभ आगे अरदास ताको बिघ्न न को लागे जाकी प्रभ आगे अरदास प्रभ मिलबै को प्रीत मन लागी पाए लगो मोह करो बेनती को संत मिले वड भागी मन अरपो तन राखो आगे मन की मत मोह सगल त्यागी पूर्व कर्म अंकुर जब प्रगटे बेट्यो पुरख रासक वैरागी मिट्यो अंधेर मिलत हर नानक जन्म जन्म की सोई जागी जी मार्ग संतां दा कदे ना छड़िए कदे ना छड़िए मार्ग कदे ना छड़िए कदे ना छड़िए मार्ग संतां दा मार्ग संतां दा कदे ना छड़िए कदे ना छड़िए मार्ग संतां दा कदे ना छड़िए कदे ना छड़िए मार्ग कदे ना छड़िए 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 मार्ग संतां दा कदे ना छड़िए कदे ना छड़िए छड़िए कदे ना छड़िए छड़िए कदे ना छड़िए छड़िए कदे ना छड़िए हाँ छड़िए कदे ना हाँ छड़िए कदे ना हाँ छड़िए कदे ना छड़िए कदे ना छड़िए मार्ग संतां दा मार्ग संतां दा कदे ना छड़िए कदे ना मार्ग संतां दा कदे ना छड़िए कदे ना
ਛੱਡੀਏ ਮਾਰਗ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਮਾਰਗ ਸੰਤਾਂ ਦਾ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਸੰਤਾਂ ਦਾ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਮਾਰਗ ਸੰਤਾਂ ਦਾ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਸੰਤ ਕੀ ਕਹਿਣਾ ਛੋਡੀਐ ਮਾਰਗ ਲਾਗਾ ਜਾਓ ਕਬੀਰ ਸੰਤ ਕੀ ਕਹਿਣਾ ਛੋਡੀਐ ਮਾਰਗ ਲਾਗਾ ਜਾਓ ਵੇਖਤ ਹੀ ਪਨੀਤ ਹੋਏ ਹੇਟਤ ਜਪੀਐ ਨਾਉ ਜੀ ਮਾਰਗ ਸੰਤਾਂ ਦਾ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਮਾਰਗ ਸੰਤਾਂ ਦਾ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਕਦੇ ਨਾ ਛੱਡੀਏ ਮਾਰਗ ਸੰਤਾਂ ਦਾ ਕਦੇ ਨਾ ਛੱਡੀਏ ਕਦੇ
ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ ਮਾਗ ਮੰਜਨ ਸੰਗ ਸਾਧੂਆਂ ਸਾਧੂਆਂ ਤੂੜੀ ਕਰ ਇਸ਼ਨਾਨ ਮਾਗ ਮੰਜਨ ਸੰਗ ਸਾਧੂਆਂ ਸਾਧੂਆਂ ਤੂੜੀ ਕਰ ਇਸ਼ਨਾਨ ਤੂੜੀ ਕਰ ਇਸ਼ਨਾਨ ਤੂੜੀ ਕਰ ਇਸ਼ਨਾਨ ਤੂੜੀ ਕਰ ਇਸ਼ਨਾਨ ਜੇ ਮਿਲ ਜੇ ਤਾਂ ਮਸਤਕ ਲਾਵਾਂ ਤੂੜੀ ਤੇਰੇ ਪਿਆਰਿਆਂ ਦੀ ਮਿਲ ਜੇ ਤਾਂ ਮਸਤਕ ਲਾਵਾਂ ਤੂੜੀ ਤੇਰੇ ਪਿਆਰਿਆਂ ਦੀ ਮਿਲ ਜੇ ਤਨ ਮਸਤਕ ਲਾਵਾਂ ਤੂੜੀ ਤੇਰੇ ਪਿਆਰਿਆਂ ਦੀ ਮਿਲ ਜੇ ਤਨ ਮਸਤਕ ਲਾਵਾਂ ਕੁੜੀ ਤੇਰੇ ਪਿਆਰਿਆਂ ਦੀ ਮਿਲ ਜੇ ਤਾਂ ਮਸਤਕ ਲਾਵਾਂ ਓ ਮਿਲ ਜੇ ਤਨ ਮਸਤਕ ਲਾਵਾਂ ਕੁੜੀ ਤੇਰੇ ਪਿਆਰਿਆਂ ਦੀ ਤੂੜੀ ਤੇਰੇ ਜੀ ਪਿਆਰਿਆਂ ਦੀ ਤੂੜੀ ਤੇਰੇ ਜੀ ਪਿਆਰਿਆਂ ਦੀ ਪਿਆਰਿਆਂ ਦੀ ਤੇਰੇ ਪਿਆਰਿਆਂ ਦੀ ਕੁੜੀ ਤੇਰੇ ਜੀ ਪਿਆਰਿਆਂ ਦੀ ਮਿਲ ਜੇ ਤਾਂ ਮਸਤਕ ਲਾਵਾਂ ਮਸਤਕ ਲਾਵਾਂ ਤੂੜੀ ਤੇਰੇ ਪਿਆਰਿਆਂ ਦੀ ਜੇ ਮਿਲ ਜੇ ਤਾਂ ਮਸਤਕ ਲਾਵਾਂ ਹਾਂ ਤੂੜੀ ਤੇਰੇ ਪਿਆਰਿਆਂ ਦੀ ਕੁੜੀ ਤੇਰੇ ਪਿਆਰਿਆਂ ਮਸਤਕ ਲਾਵਾਂ ਕੁੜੀ ਤੇਰੇ ਪਿਆਰਿਆਂ ਕੁੜੀ ਤੇਰੇ ਪਿਆਰਿਆਂ ਦੀ ਹਿਰਦੇ ਤਾਂ ਮਸਤਕ ਲਾਵਾਂ ਤੇਰੇ ਪਿਆਰਿਆਂ ਦਾਨ ਮਹਿੰਡਾ ਤਲੀ ਖਾ ਕੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਲੱਖ ਤੇ ਆਈ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਤੂੜਤ ਨਾ ਦੀ ਹਾਂ ਮਤ ਥੋੜੀ ਸੇਵ ਗਵਾਈਐ ਮਤ ਥੋੜੀ ਸੇਵ ਮਰੋ ਸਤਨਾਮ ਸ਼੍ਰੀ ਵਾਹਿਗੁਰੂ ਪਰਮ ਸਤਿਕਾਰਯੋਗ ਵਾਹਿਗੁਰੂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਪਰਸੋਂ ਰੋਜ਼ ਤੋਂ ਸ਼ਹੀਦਾਂ ਸਿੰਘਾਂ ਦੇ ਅਸਥਾਨ ਤੇ ਸਾਲਾਨਾ ਗੁਰਮਤਿ ਸਮਾਗਮ ਮਨਾਉਂਦੇ ਹਾਂ। ਸ਼ਹੀਦਾਂ ਦੀ ਯਾਦ ਅੰਦਰ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ।
आओ भोग पाए गए ने, हुण कुछ समा अपने पास बाकी बचदा है। कथा कीर्तन हो रहा है। संगतां नूं बेनती है सतगुरां दे पावन पवित्र सचखंड दरबार दियां हाजरियां रल मिल के भरीए। तकरीबन सारी समाप्ति 11 वजे नूं अरदास बेनती होवेगी। ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਜੋ ਮਾਈਆਂ ਹੇਠਾਂ ਵੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਬੈਠੀਆਂ ਨੇ, ਦਰਬਾਰ ਵਿੱਚ ਸਜਣ ਦੀ ਕਿਰਪਾਲਤਾ ਕਰੋ। ਜਿਸ ਦਿਹਾੜਿਆਂ ਨੂੰ ਅਸੀਂ ਮਨਾ ਰਹੇ ਹਾਂ, ਇਹ ਮਨਾਏ ਤਾਂ ਹੀ ਸਫਲੇ ਨੇ ਜੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਾਂਗੇ। जिनकी याद मनाते हो उनकी बात भी माना करो। जिन्हां दियां यादां मनाउने आ उन्हां दियां गल्लां ते भी अमल करिए। गुरु ग्रंथ साहब महाराज जी दी बाणी पढ़दे आ, बाणी सरवण करदे आ। तीनों दिन बाणी चली है, अखंड पाठ साहब होए ने। जे पाठी सिंह कल्ला ही पाठ करी जांदा है ते साध संगत बाणी पाठ करन वाले ने पाठ भी कर देना है। जे कोल बह के उन्हें सुनांगे, नहीं सुन भी लिया, उदों तक अमल नहीं करते, अमल ना किया, साध संगत सब व्यर्थ हो जाता है। महाराज कहते सेवक सिख पूजन सब आवे, सब गावे हर हर उत्तम बाणी। गाव्या सुनिया तिनका हर थाए पावे, जिन सतगुर की आज्ञा सत सत कर मानी। ਉਹਨਾਂ ਦਾ ਗਾਇਆ ਹੋਇਆ, ਉਹਨਾਂ ਦਾ ਸੁਣਿਆ ਹੋਇਆ ਪਵਿੱਤਰ ਹੁੰਦਾ ਹੈ। ਜਿਹੜੇ ਸਤ ਵਚਨ ਕਹਿ ਕੇ ਉਹ ਚੀਜ਼ ਤੇ ਅਮਲ ਕਰਨ। ਤਾਂ ਤੇ ਆਓ ਹੁਣ ਕੁਝ ਸਮਾਂ ਆਪਣੇ ਕੋਲ ਬਾਕੀ ਬਚਦਾ ਹੈ। ਆਪ ਜੀ ਮਾਘ ਦੀ 10ਵੇਂ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਇਹ ਸਮਾਗਮ ਮਨਾ ਰਹੇ ਹੋ। इस महीने द्वारा 12 माह के अंदर महाराज जी फरमान करते ने, माघ मंजन संग साधुआ धूड़ी कर इशनान। महाराज कहते जेड़ा माघ का महीना है, माघ मंजन संग साधुआ धूड़ी कर इशनान। भावें इस महीने दे नाल माघी दे दिहाड़े दे नाल साडे सिख इतिहास दे वड्डे जोड़ ने, जोड़ मेले मनाए जाते ने। इस माघी दे अंदर, माघ दे महीने दे अंदर माघी नूं वड्डा इतिहास जुड़दा है। जिस वेले हरमंदर साहब की नींह रखनी सी, महाराजियां ने मन च विचार की भी इस दी नींह किस कोलों रखवाई जावे ते किस दिन रखी जावे। विसाख दे महीने अंदर साध संग खदराणे दी ढाब ते जो जंग होया सी, वो भी आपां माघी दे दिहाड़े दिन मनाउने आ। साध संगत हरमंदर साहिब दी नींह गुरु महाराज जियां ने
ਸਾਈਂ ਮੀਆਂ ਮੀਰ ਜੀ ਕੋਲੋਂ ਮਾਘੀ ਵਾਲੇ ਦਿਨ ਰਖਾਉਣੀ ਕੀਤੀ। ਇਹ ਵੀ ਇਤਿਹਾਸ ਜੁੜਦਾ ਹੈ। ਦੂਸਰਾ ਇਤਿਹਾਸ ਮੁਕਤਸਰ ਸਾਹਿਬ ਦੀ ਜੰਗ ਦਾ। 40 ਮੁਕਤਿਆਂ ਦੇ ਇਤਿਹਾਸ ਵੀ ਇਸ ਮਹੀਨੇ ਅੰਦਰ ਹੀ ਆਪਾਂ ਮਾਘੀ ਵਾਲੇ ਦਿਨ ਮਨਾਇਆ ਹੈ। ਕਿਉਂਕਿ ਸਾਧ ਸੰਗਤ ਜਿਵੇਂ ਆਪ ਜੀ ਨੇ ਪਹਿਲਾਂ ਆ ਸਰਵਣ ਕੀਤਾ ਹੋਇਆ, ਮਾਘ ਦੇ ਮਹੀਨੇ ਤੋਂ ਪਹਿਲਾਂ ਪੋਹ ਲੰਘ ਕੇ ਗਿਆ ਹੈ। ਪੋਹ ਦੇ ਮਹੀਨੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਰਿਵਾਰ ਤੇ ਕਿਹੋ ਜਿਹਾ ਸਮਾਂ ਬਤੀਤ ਹੋਇਆ, ਕਿਹੋ ਜਿਹੀ ਦੁੱਖਾਂ ਦੀ ਘੜੀ ਆਈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਆਨੰਦਗੜ੍ਹ ਦੇ ਕਿਲੇ ਨੂੰ 7 ਮਹੀਨੇ ਲੰਮਾ ਸਮਾਂ ਘੇਰਾ ਪਾਈ ਰੱਖਿਆ ਗਿਆ। ਕੁਝ ਸਿੱਖ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਮਹਾਰਾਜ ਸਾਥੋਂ ਹੁਣ ਹੋਰ ਦੁੱਖ ਭੁੱਖ ਨਹੀਂ ਘੱਟ ਹੋ ਰਹੀ, ਕਿਰਪਾ ਕਰੋ ਸਾਨੂੰ ਜਾਣ ਦੀ ਆਗਿਆ ਦਿਓ। ਮਹਾਰਾਜ ਕਹਿਣ ਲੱਗੇ, ਉਸ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ। ਕੋਈ ਗੱਲ ਨਹੀਂ, ਜਦੋਂ ਹੁਕਮ ਹੋਊਗਾ ਆਪਾਂ ਚਲੇ ਚੱਲਾਂਗੇ, ਪਰ ਹੁਣ ਕੁਝ ਸਮਾਂ ਆਪਾਂ ਇੱਥੇ ਰਹਿ ਲੈਨੇ ਆ, ਜਦੋਂ ਹੁਕਮ ਹੋਇਆ। ਨਹੀਂ ਮਹਾਰਾਜ, ਅਸੀਂ ਹੋਰ ਦੁੱਖ ਇਹ ਭੁੱਖ ਦਾ ਨਹੀਂ ਕੱਟ ਸਕਦੇ, ਕਿਰਪਾ ਕਰੋ ਸਾਨੂੰ ਛੁੱਟੀਆਂ ਦਿਓ, ਅਸੀਂ ਆਪੋ ਆਪਣੀ ਘਰਾਂ ਨੂੰ ਜਾਣ ਲਈ ਤਿਆਰ ਹਾਂ। ਮਹਾਰਾਜ ਸਾਥੋਂ ਇਹ ਭੁੱਖ ਜਿਹੜੀ ਸਹਾਰੀ ਨਹੀਂ ਜਾਂਦੀ। ਜਿਵੇਂ ਆਪ ਭਾਵੇਂ ਇਹ ਇਤਿਹਾਸ ਸਾਰਾ ਸਰਵਣ ਕੀਤਾ ਹੋਇਆ ਹੈ, ਮੈਂ ਗੱਲ ਉੱਥੇ ਲੈ ਕੇ ਜਾ ਰਿਹਾ ਜਿੱਥੇ 40 ਮੁਕਤਿਆਂ ਦੇ ਇਤਿਹਾਸ ਮੁਕਤਸਰ ਦੀ ਧਰਤੀ ਤੇ। ਮਹਾਰਾਜ ਅਸੀਂ ਦੁੱਖ ਦਾ ਭੁੱਖ ਦਾ ਇਹ ਹੋਰ ਨਹੀਂ ਵੇਖ ਸਕਦੇ, ਕਿਰਪਾ ਕਰੋ ਸਾਨੂੰ ਛੁੱਟੀਆਂ ਦਿਓ। ਮਹਾਰਾਜ ਕਹਿਣ ਲੱਗੇ, ਚਲੋ ਠੀਕ ਹੈ, ਜੇ ਜਾਣਾ ਹੈ ਨਾ, ਆ ਕਾਗਜ਼ ਤੇ ਕਲਮ ਆ ਪਈ ਹੈ, ਆਪੋ ਆਪਣਾ ਨਾਮ ਇਹਦੇ ਉੱਤੇ ਲਿਖਦੇ ਜਾਓ ਤੇ ਕਿਲੇ ਤੋਂ ਬਾਹਰ ਹੁੰਦੇ ਜਾਓ। ਇੰਨੀ ਗੱਲ ਲਿਖ ਦਿਓ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਸਾਧ ਸੰਗਤ ਇਹਨਾਂ 40 ਦਾ ਮੁਖੀਆ ਬਣ ਗਿਆ ਭਾਈ ਮਹਾ ਸਿੰਘ। ਆਪੋ ਆਪਣੇ ਦਸਖਤ ਕਰਦੇ ਗਏ ਤੇ ਸਾਧ ਸੰਗਤ ਵਿਪਤਾ ਦੇ ਸਮੇਂ ਦੇ ਅੰਦਰ ਮਹਾਰਾਜਿਆਂ ਦਾ ਸਾਥ ਛੱਡਦੇ ਗਏ। ਜਦੋਂ ਵਕਤ ਇਨਸਾਨ ਤੇ ਆਣ ਪੈਂਦੇ, ਸੱਪ ਰੱਸੀਆਂ ਦੇ ਬਣ ਕੱਟ ਜਾਂਦੇ। ਖੋਟੇ ਖਰੇ ਦੀ ਨਾ ਕੋਈ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸੇ ਵੱਟ ਜਾਂਦੇ। ਚੱਕਰ ਭਾਰੀ ਦਾ ਜਿਨ੍ਹਾਂ ਦੇ ਪਿਆਸ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਖ ਜਾਂਦੇ। ਜਦੋਂ ਵਕਤ ਇਨਸਾਨ ਤੇ ਆਣ ਪੈਂਦੇ, ਸੱਪ ਰੱਸੀਆਂ ਦੇ ਬਣ ਕੱਟ ਜਾਂਦੇ। ਜਦੋਂ ਵਕਤ ਪਿਆ ਹੋਵੇ ਕਿਸੇ ਸਰੀਰ ਦੇ, ਸਾਧ ਸੰਗਤ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਤਾਂ ਕਹਿੰਦੇ ਸੀ ਮਹਾਰਾਜ ਅਸੀਂ ਤੁਹਾਡੇ ਆ, ਪਰ ਆ ਜਦੋਂ ਵਿਪਤਾ ਦਾ ਸਮਾਂ ਆਇਆ ਤੁਸੀਂ ਸਾਥ ਛਡਾ ਕੇ ਚੱਲੇ ਹੋ। ਚਲੋ ਕੋਈ ਗੱਲ ਨਹੀਂ, ਜੇ ਲਿਖ ਚੱਲੇ ਹੋ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਆ ਦਸਖਤ ਕਰਦੇ ਜਾਓ। 40 ਦੇ 40 ਸਿੰਘਾਂ ਨੇ ਦਸਖਤ ਕੀਤੇ, ਕਿਲੇ ਤੋਂ ਬਾਹਰ ਹੋਏ। ਇਤਿਹਾਸ ਭਾਵੇਂ ਇਹ ਸਾਰਾ ਆਪ ਜੀਆਂ ਨੇ ਸਰਵਣ ਕੀਤਾ ਹੋਇਆ ਹੈ। ਇਸ ਤੋਂ ਬਾਅਦ ਕਿਵੇਂ ਮਹਾਰਾਜਿਆਂ ਦਾ ਸਰਸਾ ਤੇ ਪਰਿਵਾਰ ਵਿਛੜਦਾ ਹੈ, ਇਹ ਸ਼ਹੀਦੀ ਦਿਹਾੜਾਂ ਦੇ ਵਿੱਚ ਆਪ ਜੀ ਸਰਵਣ ਕੀਤਾ ਸੀ। ਫਿਰ ਮਹਾਰਾਜ ਜੀ ਵੱਡੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜ੍ਹੀ ਅੰਦਰ ਕੁਝ ਸਿੱਖ ਨਾਲ ਨੇ ਮਹਾਰਾਜਿਆਂ ਦੇ, ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਵੱਡੇ ਸਾਹਿਬਜ਼ਾਦੇ ਨੇ। ਟੋਕ ਮਾਤਰ ਇਹ ਇਤਿਹਾਸ ਭਾਵੇਂ ਆਪ ਸਾਰਾ ਸਰਵਣ ਕੀਤਾ।
ਫਿਰ ਜਿਸ ਵੇਲੇ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰਾ ਕੇ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚਦੇ ਨੇ, ਉੱਥੇ ਆ ਕੇ ਮਹਾਰਾਜ ਜੀਆਂ ਨੇ ਪੰਜਾਬੇ ਤੇ ਗੁਲਾਬੇ ਦੇ ਹਲਟ ਤੇ ਉਤਾਰਾ ਕੀਤਾ। ਮਾਛੀਵਾੜੇ ਦੇ ਜੰਗਲਾਂ ਦੇ ਅੰਦਰ ਇੰਜ ਪ੍ਰਤੀਤ ਹੁੰਦਾ ਜਿਵੇਂ ਮਹਾਰਾਜ ਜੀ ਬੈਠੇ ਨੇ, ਪੰਛੀ ਵੀ ਕੁਰਲਾਹਟ 'ਚ ਨੇ, ਦਰਖਤ ਵੀ ਰੋ ਰਹੇ ਨੇ। ਆ ਪਿਆਰੇ ਪ੍ਰੀਤਮ ਦਾ ਹਾਲ ਕਿਹੋ ਜਿਹਾ ਹੈ। ਕੋਈ ਸਮਾਂ ਸੀ ਮਹਾਰਾਜ ਆਨੰਦਗੜ੍ਹ ਦੇ ਕਿਲਿਆਂ ਅੰਦਰ ਰਹਿੰਦੇ ਸਨ, 1.25 ਲੱਖ ਦੇ ਮਹਾਰਾਜ ਜੀ ਛਤਰ ਝੁੱਲਦੇ, 1.25 ਲੱਖ ਦੀ ਕਲਗੀ ਮਹਾਰਾਜਿਆਂ ਸੀਸ ਤੇ, 1.25 ਲੱਖ ਦਾ ਮਹਾਰਾਜਿਆਂ ਦੀ ਚੌਂਕੀ ਜਿੱਥੇ ਮਹਾਰਾਜ ਚਰਨ ਰੱਖਦੇ ਸਨ, 1.25 ਲੱਖ ਮਹਾਰਾਜ ਆਸਣ, ਭਾਵ ਕਿ ਰਾਜੇ ਮਹਾਰਾਜਿਆਂ ਵਰਗੀ ਜ਼ਿੰਦਗੀ। ਪਰ ਅੱਜ ਉਹ ਵੀ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਅੰਦਰ ਬੈਠੇ ਇਹ ਸ਼ਬਦ ਉਚਾਰਨ ਕਰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਹਵਾਵਾਂ ਨੂੰ ਵੇਖ ਕੇ ਮਹਾਰਾਜ ਜੀ ਇਸ ਤਰ੍ਹਾਂ ਆਖਦੇ ਨੇ ਵੀ ਮੇਰੇ ਮਿੱਤਰ ਨੂੰ ਮੇਰਾ ਹਾਲ ਸੁਣਾਇਓ। ਕਿਵੇਂ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਮਹਾਰਾਜਿਆਂ ਨੇ ਮਾਛੀਵਾੜੇ ਦੇ ਜੰਗਲਾਂ ਅੰਦਰ ਬੈਠ ਕੇ ਇਹ ਸ਼ਬਦ ਉਚਾਰਨ ਕੀਤਾ, ਕਿਤੇ ਸਾਡਾ ਜਾ ਕੇ ਇਹ ਹਾਲ ਸੁਣਾਇਓ। ਪ੍ਰੀਤਮ ਪਿਆਰੇ ਨੂੰ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਆਗੇ ਵੇਖ ਲੈ ਤੂੰ ਹਾਲ ਮਸਤਾਨਿਆਂ ਦਾ, ਆਗੇ ਵੇਖ ਲੈ ਤੂੰ ਹਾਲ ਮਸਤਾਨਿਆਂ ਦਾ, ਆਗੇ ਵੇਖ ਲੈ, ਆਗੇ ਵੇਖ ਲੈ ਤੂੰ ਹਾਲ ਮਸਤਾਨਿਆਂ, ਵੇਖ ਲੈ ਤੂੰ ਹਾਲ ਮਸਤਾਨਿਆਂ ਦਾ। ਆਗੇ ਵੇਖ ਲੈ, ਆਗੇ ਵੇਖ ਲੈ ਤੂੰ ਹਾਲ ਮਸਤਾਨਿਆਂ ਦਾ, ਵੇਖ ਲੈ ਤੂੰ ਹਾਲ ਮਸਤਾਨਿਆਂ ਦਾ। ਹਾਲ ਮਸਤਾਨਿਆਂ ਦਾ, ਇਹ ਵੇਖ ਲੈ ਤੂੰ ਹਾਲ ਮਸਤਾਨਿਆਂ ਦਾ, ਵੇਖ ਲੈ ਤੂੰ ਹਾਲ ਮਸਤਾਨਿਆਂ ਦਾ, ਆਕੇ ਵੇਖ ਲੈ ਤੂੰ ਹਾਲ ਮਸਤਾਨਿਆਂ ਦਾ। ਜਿਨ੍ਹਾਂ ਨੂੰ ਡਰ ਨਹੀਂਓ ਜਗਦਿਆਂ ਤਾਨਿਆਂ ਦਾ, ਡਰ ਨਹੀਂਓ ਜਗਦਿਆਂ ਤਾਨਿਆਂ ਦਾ, ਜਗਦਿਆਂ ਤਾਨਿਆਂ ਦਾ, ਜਿਨ੍ਹਾਂ ਨੂੰ ਡਰ ਨਹੀਂਓ, ਜਗਦਿਆਂ ਤਾਨਿਆਂ ਦਾ, ਡਰ ਨਹੀਂਓ ਜਗਦਿਆਂ ਤਾਨਿਆਂ ਦਾ। ਜਗਦਿਆਂ ਤਾਨਿਆਂ ਦਾ। ਲੋਕ ਮਾਰਦੇ ਮਾਰਦੇ ਆਪ ਮਰ ਗਏ, ਲੋਕੀ ਮਾਰਦੇ ਮਾਰਦੇ ਆਪ ਮਰ ਗਏ, ਲੋਕੀ ਮਾਰਦੇ ਮਾਰਦੇ ਆਪ ਮਰ ਗਏ, ਕੀ ਮਾਰਦੇ ਮਾਰਦੇ ਆਪ ਮਰ ਗਏ, ਲੋਕੀ ਮਾਰਦੇ ਮਾਰਦੇ ਆਪ ਮਰ ਗਏ, ਲੋਕੀ ਮਾਰਦੇ। ਮਾਰਦੇ ਆਪ ਮਰ ਗਏ। ਰੱਬ ਰਾਖਾ, ਰੱਬ ਰਾਖਾ ਹੈ ਇਹਨਾਂ ਮਸਤਾਨਿਆਂ ਦਾ, ਰੱਬ ਰਾਖਾ ਹੈ ਇਹਨਾਂ ਮਸਤਾਨਿਆਂ ਦਾ। ਇਹਨਾਂ ਮਸਤਾਨਿਆਂ ਦਾ, ਰੱਬ ਰਾਖਾ ਹੈ ਇਹਨਾਂ ਤਾਨਿਆਂ ਦਾ, ਹੈ ਇਹਨਾਂ ਮਸਤਾਨਿਆਂ ਦਾ। ਰੱਖਾ ਹੈ ਇਹਨਾਂ ਮਸਤਾਨਿਆਂ ਦਾ। ਇਹਨਾਂ ਨੂੰ ਡਰ ਨਹੀਂਓ ਜਗਦਿਆਂ ਤਾਨਿਆਂ ਦਾ,
ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਵੀ ਆ ਸਾਡਾ ਪ੍ਰੀਤਮ ਪਿਆਰੇ ਤੱਕ ਸੁਨੇਹਾ ਲਾ ਦਿਓ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਕਿਹੋ ਜਿਹਾ ਸਮਾਂ ਆਇਆ ਮਹਾਰਾਜਿਆਂ ਦੇ ਨਾਲ ਕੋਈ ਸਿੱਖ ਨਹੀਂ, ਇਕੱਲੇ ਹੀ ਮਹਾਰਾਜ ਮਾਛੀਵਾੜਾ ਸਾਹਿਬ ਦੇ ਜੰਗਲਾਂ ਦੇ ਵਿੱਚ ਬੈਠੇ ਨੇ। ਆ ਕੇ ਵੇਖ ਲੈ ਤੂੰ ਹਾਲ ਮਸਤਾਨਿਆਂ ਦਾ, ਜਿਨ੍ਹਾਂ ਨੂੰ ਡਰ ਨਹੀਂ ਉਹ ਜਗਦਿਆਂ ਤਾਨਿਆਂ ਦਾ। ਇਹਨਾਂ ਨੂੰ ਮਾਰਦੇ ਮਾਰਦੇ ਲੋਕ ਆਪ ਮਰ ਗਏ, ਰੱਬ ਰਾਖਾ ਹੈ ਇਹਨਾਂ ਮਸਤਾਨਿਆਂ ਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਸ ਵੇਲੇ ਹੁਣ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਅਗਾਂਹ ਕੁਝ ਪਿੰਡ ਆਉਂਦੇ ਨੇ, ਟੂਕ ਮਾਤਰ ਜਿਵੇਂ ਇੱਥੋਂ ਮਹਾਰਾਜ ਜੀ ਕਨੇਜ ਆਏ, ਕਨੇਜ ਤੋਂ ਮਹਾਰਾਜ ਆਲਮਗੀਰ ਸਾਹਿਬ ਆਏ, ਆਲਮਗੀਰ ਤੋਂ ਮਹਾਰਾਜ ਜੀ ਮੋਹੀ ਗਏ, ਮੋਹੀ ਤੋਂ ਹੇਰ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਇਸ ਤਰ੍ਹਾਂ ਮਹਾਰਾਜ ਜੀ ਅਗਾਂਹ ਵਧ ਰਹੇ ਨੇ, ਨਾਲ ਸਿੱਖ ਵੀ ਨੇ। ਮਹਾਰਾਜ ਜੀ ਨੇ ਆਲਮਗੀਰ ਸਾਹਿਬ ਆ ਕੇ ਆਪਣਾ ਪੀਰਾਂ ਵਾਲਾ ਲਿਬਾਸ, ਵਾਹਿਗੁਰੂ ਆਲਮਗੀਰ ਸਾਹਿਬ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਭਾਈ ਨਗਾਈਆ ਜੀ ਨੇ ਘੋੜਾ ਭੇਟ ਕੀਤਾ। ਜਿੱਥੇ ਜਿੱਥੇ ਮਹਾਰਾਜ ਗਏ ਉੱਥੋਂ ਤੇ ਇਤਿਹਾਸ ਹੈ। ਫਿਰ ਮਹਾਰਾਜ ਅਗਾਂਹ ਹੇਅਰ ਰਾਜੋਆਣਾ ਰਾਏਕੋਟ, ਜਿੱਥੇ ਰਾਏ ਕੱਲੇ ਨੇ ਆ ਕੇ ਦੱਸਿਆ ਮਹਾਰਾਜ ਜੀ ਨੇ ਦੂਤ ਭੇਜਿਆ ਸੀ ਵੀ ਦੱਸ ਵੀ ਸਾਡੇ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਕਰਕੇ ਆ ਵੀ ਕਿਵੇਂ। ਫਿਰ ਇਹਦੀ ਭੈਣ ਵਿਆਹੀ ਹੋਈ ਸੀ ਸਰਹੰਦ, ਸਾਰਾ ਕੁਝ ਆ ਕੇ ਦੱਸਿਆ। ਮਹਾਰਾਜ ਆਪ ਜੀਆਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਗੁਜਰ ਕੌਰ ਜੀ ਵੀ ਇਸ ਫਾਨੀ ਦੁਨੀਆ ਤੋਂ ਚਲੇ ਗਏ ਨੇ। ਉੱਥੇ ਮਹਾਰਾਜ ਜੀਆਂ ਨੇ ਫਿਰ ਜਿਵੇਂ ਕਾਹੀ ਦੀ ਜੜ ਪੁੱਟੀ ਸੀ, ਇਤਿਹਾਸ ਭਾਵੇਂ ਇਹ ਸਾਰਾ ਆਪ ਜੀਆਂ ਨੇ ਸਰਵਣ ਕੀਤਾ ਹੋਇਆ। ਫਿਰ ਅੱਗੇ ਮਹਾਰਾਜ ਲੰਮੇ ਜੱਟਪੁਰਾ ਜਾਂਦੇ ਨੇ, ਤਖਤੂਪੁਰਾ, ਚੱਕਰ ਪਿੰਡ। ਇਸ ਤਰ੍ਹਾਂ ਮਹਾਰਾਜ ਜੀ ਦੀਨੇ ਕਾਂਗੜ ਦੀ ਧਰਤੀ ਤੇ ਪਹੁੰਚਦੇ ਨੇ। ਸਮਾਂ ਆਇਆ ਸਾਧ ਸੰਗਤ ਵਜੀਦੇ ਨੂੰ ਪਤਾ ਲੱਗਿਆ ਦੀਨੇ ਕਾਂਗੜ ਦੀ ਧਰਤੀ ਤੇ ਜਾ ਕੇ ਮਹਾਰਾਜ ਜੀ ਨੇ ਪੀਰਾਂ ਵਾਲਾ ਲਿਬਾਸ ਲਾਇਆ। ਆਪਣੇ ਭੇਸ ਵਿੱਚ, ਸਿੱਖਾਂ ਦੇ ਭੇਸ ਵਿੱਚ ਆਏ। ਉੱਥੇ ਸਿੱਖ ਜੁੜਨ ਲੱਗੇ ਵੀ ਮਹਾਰਾਜ ਆਏ ਹੋਏ ਨੇ ਦਰਸ਼ਨ ਕਰਨ ਵਾਸਤੇ। ਇਤਿਹਾਸ ਵਿੱਚ ਲਿਖਿਆ ਹੁੰਦਾ ਵੀ ਅੰਮ੍ਰਿਤ ਦਾ ਖੰਡਾ ਬਾਟਾ ਵੀ ਉੱਥੇ ਤਿਆਰ ਹੋਇਆ ਤੇ ਸਾਧ ਸੰਗਤ ਕਈ ਸਿੱਖ ਸਜੇ ਮਹਾਰਾਜਿਆਂ ਦੇ ਨਾਲ ਤੁਰ ਪਏ। ਫਿਰ ਵੇਖ ਲੋ ਵਜੀਦੇ ਨੂੰ ਪਤਾ ਲੱਗਿਆ ਵੀ ਆਪਣੇ ਅਹਿਲਕਾਰਾਂ ਕੋਲੇ ਵੀ ਪਤਾ ਲੱਗਿਆ ਗੁਰੂ ਗੋਬਿੰਦ ਸਿੰਘ ਦੀਨੇ ਕਾਂਗੜ ਦੀ ਧਰਤੀ ਤੇ ਪਹੁੰਚੇ ਹੋਏ ਨੇ। ਉੱਥੋਂ ਦੇ ਲਖੀਰ ਤੇ ਸ਼ਮੀਰ ਉਹਨਾਂ ਕੋਲ ਚਿੱਠੀ ਭੇਜਦਾ ਵਜੀਦਾ ਵੀ ਇਹਨਾਂ ਨੂੰ ਸਾਡੇ ਹਵਾਲੇ ਕਰ ਦੇ। ਉਹ ਕਹਿਣ ਲੱਗੇ ਅਸੀਂ ਗੁਰਾਂ ਦਿਆਂ, ਉਹ ਸਾਡਾ ਗੁਰੂ ਹੈ, ਅਸੀਂ ਇਹਨਾਂ ਨੂੰ ਪਿੱਠ ਨਹੀਂ ਵਿਖਾ ਸਕਦੇ, ਤੂੰ ਜੋ ਕਰਨਾ ਕਰ ਲਾ। ਫਿਰ ਹੀ ਵਜੀਦਾ ਫੌਜਾਂ ਚੜਾ ਕੇ ਫਿਰ ਮਹਾਰਾਜ ਜੀ ਦੀਨੇ ਕਾਂਗੜ ਦੀ ਧਰਤੀ ਨੂੰ ਨਾ ਠੀਕ ਸਮਝਦੇ ਆ ਮਹਾਰਾਜ ਜੀ ਖਿਦਰਾਣੇ ਦੀ ਢਾਬ ਤੇ ਪਹੁੰਚੇ ਨੇ। ਮਹਾਰਾਜ ਕਹਿਣ ਲੱਗੇ ਉੱਥੇ ਜਾ ਕੇ ਅਸੀਂ ਜਿਹੜਾ ਜੰਗ ਕਰਾਂਗੇ। ਸਾਧ ਸੰਗਤ ਆਪ ਜੀ ਨੇ ਵਿਚਾਰ ਸਰਵਣ ਕੀਤੀ ਵੀ ਜਦੋਂ ਬਦਾਵਾ ਲਿਖਿਆ ਗਿਆ 40 ਸਿੱਖਾਂ ਪਾਸੋਂ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹਨਾਂ ਨੇ ਬਦਾਵਾ ਲਿਖਿਆ ਸੀ, ਕਿਉਂਕਿ ਸਾਧ ਸੰਗਤ ਬਦਾਵਾ ਵੀ ਉਦੋਂ ਲਿਖਿਆ ਜਦੋਂ ਹੱਡੀਆਂ ਨਾਲੋਂ ਨਾ ਮਾਸ ਅਲੱਗ ਹੋਣ ਲੱਗ ਗਿਆ। ਭੁੱਖ ਦੇ ਇੰਨੇ ਸਤਾਏ ਸਿੱਖਾਂ ਨੇ, ਮਹਾਰਾਜ ਹੋਰ ਭੁੱਖ ਨਹੀਂ ਸਹਾਰੀ ਜਾਂਦੀ। ਭੁੱਖ ਦਾ ਤਾਂ ਸਾਧ ਸੰਗਤ ਭੁੱਖ ਨੂੰ ਭਗਤ ਫਰੀਦ ਸਾਹਿਬ ਜੀ ਨਾ, ਭਗਤ ਫਰੀਦ ਸਾਹਿਬ ਜੀ ਵਰਗਾ ਕੋਈ ਇਹੋ ਜਿਹਾ ਫਕੀਰ ਨਹੀਂ ਹੋਣਾ ਜਿਹਨੇ ਇੰਨੀ ਭੁੱਖ ਤੇ ਕੰਟਰੋਲ ਕੀਤਾ ਹੋਵੇ।
ਜਿਹੜਾ ਮਿਸਤਰੀ ਕੋਲ ਜਾ ਕੇ ਕਾਰੀਗਰ ਕੋਲ ਜਾ ਕੇ ਕਹਿ ਦੇਵੇ ਭਗਤ ਫਰੀਦ ਸਾਹਿਬ ਜੀ ਵੀ ਕਾਰੀਗਰ ਮੇਰੀ ਇੱਕ ਇਹੋ ਜੀ ਰੋਟੀ ਬਣਾ ਦੇ, ਮੈਂ ਜੰਗਲਾਂ ਵਿੱਚ ਭਗਤੀ ਕਰਨ ਵਾਸਤੇ ਜਾਣਾ, ਉੱਥੇ ਮੈਨੂੰ ਭੁੱਖ ਨਾ ਲੱਗੇ, ਕਾਹਦੀ ਰੋਟੀ ਬਣਾ ਦੇ? ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਜਿਹੜਾ ਜਾ ਕੇ ਕਾਰੀਗਰ ਨੂੰ ਇਹ ਗੱਲ ਕਹਿ ਦੇਵੇ, ਭਗਤ ਫਰੀਦ ਸਾਹਿਬ ਜੀ ਵਰਗਾ ਕੋਈ ਜਿਨ੍ਹਾਂ ਨੇ ਇੰਨੀ ਭੁੱਖ ਤੇ ਕੰਟਰੋਲ ਕੀਤਾ ਹੋਇਆ ਸੀ, ਜਾ ਕੇ ਕਹਿੰਦੇ ਮਿਸਤਰੀ ਨੂੰ, ਮਿਸਤਰੀ ਮੇਰੀ ਇਹੋ ਜੀ ਰੋਟੀ ਬਣਾ ਦੇ, ਕਾਹਦੀ ਰੋਟੀ ਬਣਾ ਦੇ? ਕਾਠ ਦੀ। ਸਾਧ ਸੰਗਤ ਹੁਣ ਇਹ ਆਪਾਂ ਨੂੰ ਵੀ ਪਤਾ ਵੀ ਕਾਠ ਦੀ ਰੋਟੀ ਭੁੱਖ ਲਾਉਂਦੀ ਨਹੀਂ ਹੁੰਦੀ। ਉਹ ਕਹਿਣ ਲੱਗਿਆ ਚਲ ਠੀਕ ਹੈ ਰੋਟੀ ਤਾਂ ਮੈਂ ਬਣਾ ਦਿੰਦਾ ਕਾਠ ਦੀ, ਪਰ ਇਉਂ ਦੱਸ ਵੀ ਉਹਨੂੰ ਲਾ ਕੇ ਕਾਹਦੇ ਨਾਲ ਖਾਵੇਂਗਾ? ਹੁਣ ਆਪਾਂ ਵੀ ਵੇਖਦੇ ਹਾਂ ਪ੍ਰਸ਼ਾਦਾ ਚਾਹੇ ਕੋਈ ਚਾਰ ਨਾਲ, ਕੋਈ ਦਾਲ ਨਾਲ, ਕੋਈ ਸਬਜ਼ੀ ਨਾਲ ਲਾ ਕੇ ਹੀ ਖਾਂਦਾ ਹੈ। ਕਹਿਣ ਲੱਗਿਆ ਫਰੀਦ ਰੋਟੀ ਬਣਾ ਤਾਂ ਦਿਨਾ, ਇਹਨੂੰ ਲਾ ਕੇ ਕਾਹਦੇ ਨਾਲ ਖਾਵੇਂਗਾ? ਕਹਿਣ ਲੱਗੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਇਹ ਗੱਲ ਛੱਡ ਦੋ ਫਰੀਦਾ, ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਇੱਥੇ ਅਸੀਂ ਕਈ ਪਾਠੀ ਸਿੰਘ ਇਹੀ ਪਾਠ ਕਰਦੇ ਹਾਂ, ਲਾਵਣ ਮੇਰੀ ਭੁੱਖ, ਵੀ ਭੁੱਖ ਲਾਉਂਦੀ ਹੈ, ਕਦੇ ਰੋਟੀ ਕਾਠ ਦੀ ਭੁੱਖ ਲਾਉਂਦੀ ਨਹੀਂ ਹੁੰਦੀ। ਉੱਥੇ ਫਰੀਦ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਲਾਵਣ ਮੇਰੀ ਭੁੱਖ। ਤੂੰ ਆਖਦਾ ਵੀ ਉਹਨੂੰ ਲਾ ਕੇ ਕਾਹਦੇ ਨਾਲ ਖਾਵੇਂਗਾ? ਤੂੰ ਰੋਟੀ ਬਣਾ ਕੇ ਦੇ ਦੇ, ਮੈਂ ਜਿਹੜੀ ਲਾਉਣ ਵਾਸਤੇ ਉੱਪਰ ਆਪਣੀ ਆਪਦੀ ਭੁੱਖ ਹੀ ਰੱਖ ਲੂੰ। ਆਖੋ ਸਤਨਾਮ ਸ਼੍ਰੀ। ਲਾਉਣ ਵਾਸਤੇ ਮੈਂ ਆਪਣੀ ਭੁੱਖ ਹੀ ਰੱਖ ਲੂੰ ਉਹਦੇ ਉੱਤੇ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਇਹੋ ਜੀ ਸਾਧ ਸੰਗਤ ਰੋਟੀ ਬਣਾ ਕੇ ਦੇਤੀ, ਪਰ ਆਖਰ ਨੂੰ ਇਹੋ ਜਿਹੇ ਭਗਤ ਫਰੀਦ ਸਾਹਿਬ ਜੀ ਵਰਗੇ ਵੀ ਆਖਰ ਨੂੰ ਹੱਥ ਖੜੇ ਕਰਕੇ ਫਰੀਦਾ ਮੌਤੋਂ ਭੁੱਖ ਬੁਰੀ। ਜਿਨ੍ਹਾਂ ਨੇ ਇੰਨੀ ਭੁੱਖ ਤੇ ਕੰਟਰੋਲ ਕੀਤਾ ਹੋਵੇ ਉਹ ਵੀ ਹੱਥ ਖੜੇ ਕਰਕੇ ਵੀ ਮੌਤ ਨਾਲੋਂ ਭੁੱਖ ਮਾੜੀ ਹੈ। ਗੱਲ ਸਾਧ ਸੰਗਤ ਇੰਨੀ ਕੀ ਹੈ, ਮੌਤ ਨੇ ਇੱਕ ਵਾਰ ਆਉਣਾ ਹੈ, ਭੁੱਖ ਨੇ ਦਿਹਾੜੀ 'ਚ 4 ਵਾਰ ਆਉਣਾ ਹੈ। ਆਖੋ ਸਤਨਾਮ ਸ਼੍ਰੀ। ਮੌਤ ਨੇ ਤਾਂ ਇੱਕ ਵਾਰ ਆਉਣਾ ਹੈ, ਇਹ ਭੁੱਖ ਨੇ ਦਿਹਾੜੀ ਵਿੱਚ 4 ਵਾਰ ਆਉਣਾ। ਮੌਤ ਆਊਗੀ ਤੇਰੀਆਂ ਸਾਰੀਆਂ ਭੁੱਖਾਂ ਮਿਟ ਜਾਣੀਆਂ ਨੇ। ਆਹ ਭੁੱਖ ਲੱਗਦੀ ਹੈ ਤੇਰੀ, ਦਿਨੋਂ ਦਿਨ ਭੁੱਖ ਵੱਧਦੀ ਹੈ। ਆਖਰ ਨੂੰ ਭਗਤ ਫਰੀਦ ਸਾਹਿਬ ਜੀ ਨੇ ਵੀ ਕਹਿ ਦਿੱਤਾ, ਫਰੀਦਾ ਮੌਤੋਂ ਭੁੱਖ ਬੁਰੀ, ਮੌਤ ਨਾਲੋਂ ਮਾੜੀ ਮੰਨੀ ਗਈ ਹੈ ਭੁੱਖ। ਤੇ ਉਹਨਾਂ ਨੇ ਬਦਾਵਾ ਲਿਖਿਆ ਸੀ ਭੁੱਖ ਦੇ ਦੁੱਖ ਤੋਂ ਮਾਰਿਆਂ ਤੋਂ। ਪਰ ਸਾਧ ਸੰਗਤ ਕਿਸੇ ਨੂੰ ਕਹਿਣ ਨਾਲੋਂ ਆਪਾਂ ਕੀ, ਆਪਾਂ ਸਾਰੇ ਕਹਿੰਦੇ ਵੀ ਉਹਨਾਂ ਨੇ ਬਹੁਤ ਮਾੜੀ ਗੱਲ ਕੀਤੀ ਜਿਹੜਾ ਬਦਾਵਾ ਲੈ ਕੇ ਆਏ। ਕਿਸੇ ਨੂੰ ਕਹਿਣ ਨਾਲੋਂ ਪਹਿਲਾਂ ਅਸੀਂ ਆਪਦੇ ਅੰਦਰ ਝਾਤ ਮਾਰ ਲਈਏ ਵੀ ਅਸੀਂ ਬਦਾਵੇ ਕਿਉਂ ਲਿਖੇ ਐ। ਉਹਨਾਂ ਨੇ ਤਾਂ ਭੁੱਖ ਦੇ ਦੁੱਖ ਤੋਂ ਬਦਾਵਾ ਦਿੱਤਾ ਸੀ, ਅਸੀਂ ਵੀ ਬਦਾਵਾ ਦਿੱਤਾ ਹੋਇਆ ਕਾਹਦੇ ਤੋਂ? ਸੁੱਖ ਦੇ ਦੁੱਖ ਤੋਂ। ਆਖੋ ਸਤਨਾਮ ਸ਼੍ਰੀ। ਸੁੱਖ ਦੇ ਦੁੱਖ ਤੋਂ ਬਦਾਵੇ ਦਿੱਤੇ ਹੋਏ ਨੇ। ਉਹਨਾਂ ਨੇ ਤਾਂ 7 ਮਹੀਨੇ ਭੁੱਖ ਕੱਟ ਕੇ ਫੇਰ ਬਦਾਵਾ ਦਿੱਤਾ ਸੀ। ਯਾਦ ਰੱਖਿਓ ਸਾਧ ਸੰਗਤ, ਉਸ ਬਦਾਵੇ ਦੇ ਅੱਜ ਦਾ ਸਾਡੇ ਵਾਲਾ ਬਦਾਵਾ ਵਾਸ਼ਕ ਵੀ ਨਹੀਂ, ਉਹ ਬਦਾਵਾ ਕੁਛ ਵੀ ਨਹੀਂ। ਅੱਜ ਅਸੀਂ ਜਿਹੜੇ ਬਦਾਵੇ ਵੱਡੀਆਂ ਵੱਡੀਆਂ ਕੋਠੀਆਂ ਦੇ ਵਿੱਚ ਬੈਠੇ ਦੇਈ ਬੈਠੇ ਆ, ਉਹ ਬਦਾਵੇ ਕਦੋਂ ਖਤਮ ਹੋਣਗੇ? ਉਹਨਾਂ ਨੇ ਬਦਾਵਾ ਆਨੰਦਗੜ੍ਹ ਦੇ ਕਿਲੇ ਅੰਦਰ ਕਾਲੀ ਸਿਆਹੀ ਦੇ ਨਾਲ ਲਿਖਿਆ ਸੀ। ਸਾਧ ਸੰਗਤ ਮੁਕਤਸਰ ਦੀ ਜੰਗ ਦੇ ਵਿੱਚ ਆ ਕੇ ਖਿਦਰਾਣੇ ਦੀ ਢਾਬ ਤੇ ਆ ਕੇ ਆਪਣੇ ਖੂਨ ਦੀ ਲਾਲ ਸਿਆਹੀ ਨਾਲ ਮਿਟਾਤਾ। ਆਖੋ ਸਤਨਾਮ। ਜਿਹੜੇ ਅਸੀਂ ਬਦਾਵੇ ਲਿਖੀ ਬੈਠੇ ਆ, ਸਾਧ ਸੰਗਤ ਕੋਈ ਆਸ ਹੀ ਨਹੀਂ ਵੀ ਉਹ ਮਿਟ ਜਾਣਗੇ। ਉਹ ਸਾਡੇ ਜਾਣੇ ਵੀ ਨਾਲ ਹੀ ਨੇ ਜਿਹੜੇ ਅਸੀਂ ਬਦਾਵੇ ਲਿਖੀ ਬੈਠੇ ਆ। ਕੀ ਇਹ ਬਦਾਵਾ ਨਹੀਂ? ਸਿੱਖਾਂ ਦੇ ਘਰ ਜਨਮ ਲੈ ਕੇ ਅੰਮ੍ਰਿਤ ਵੇਲੇ ਨਾ ਉੱਠੇ, ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਜਪਜੀ ਸਾਹਿਬ ਦੀ ਬਾਣੀ ਨਾ ਪੜ੍ਹਦਾ ਹੋਵੇ। ਕਈ ਇਹੋ ਜਿਹੇ ਭਾਗਾਂ ਵਾਲੇ ਸਰੀਰ ਬੈਠੇ ਨੇ ਵੀ ਹਾਂ ਨਹੀਂ ਪੜ੍ਹੀ ਅੰਮ੍ਰਿਤ ਵੇਲੇ ਬਾਣੀ। ਬਾਬਾ ਨਾਨਕ ਸਿੰਘ ਜੀ ਆਖਿਆ ਕਰਦੇ, ਤੂੰ ਜੇ ਜਪਜੀ ਸਾਹਿਬ ਦੀ ਬਾਣੀ ਨਹੀਂ ਨਾ ਪੜ੍ਹਦਾ, ਜੇ ਤੂੰ ਬਾਣੀ ਪੜ੍ਹਦਾ ਮਹਾਰਾਜ ਜੀ ਦੀ ਜਪਜੀ ਸਾਹਿਬ ਦੀ, ਗੁਰੂ ਨਾਨਕ ਮਹਾਰਾਜ ਦੀ ਬਾਣੀ ਪੜ੍ਹਦਾ, ਗੁਰੂ ਨਾਨਕ ਤੇਰੀ ਕਦੇ ਬਾਂਹ ਨਹੀਂ ਛੱਡੂ। ਜੇ ਤੂੰ ਬਾਣੀ ਪੜ੍ਹਨੀ ਛੱਡਤੀ, ਇਹ ਸਮਝ ਲਈ ਸਿੱਖਾ ਤੂੰ ਗੁਰੂ ਨਾਨਕ ਤੋਂ ਖਿੱਚ ਕੇ ਬਾਂਹ ਛਡਾ ਲਈ। ਆਖੋ ਸਤਨਾਮ। ਖਿੱਚ ਕੇ ਬਾਂਹ ਛਡਾ ਲਈ।
ਸਾਧ ਸੰਗਤ ਇਹ ਬਦਾਵੇ ਲਿਖੀ ਬੈਠੇ ਆ, ਉਸ ਦਾ ਉਹ ਬਦਾਵਾ ਅੱਜ ਦੇ ਬਦਾਵੇ ਦੇ ਪਾਸ਼ਕ ਵੀ ਨਹੀਂ। ਉਹਨਾਂ ਨੇ ਭੁੱਖ ਦੇ ਦੁੱਖ ਤੋਂ ਆ ਕੇ 7 ਮਹੀਨੇ ਜੰਗ ਲੜ ਕੇ ਫਿਰ ਬਦਾਵਾ ਦਿੱਤਾ ਸੀ। ਅੱਜ ਅਸੀਂ ਸੁੱਖ ਦੇ ਦੁੱਖ ਤੋਂ ਬਦਾਵੇ ਲਿਖੀ ਬੈਠੇ ਆ। ਹੁਣ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਦਰਾਣੇ ਦੀ ਢਾਬ ਤੇ ਜੰਗ ਹੋਣ ਲੱਗਿਆ ਨਾ, ਭਾਈ ਮਹਾ ਸਿੰਘ ਵੀ ਵਿੱਚ ਹੀ ਆ ਗਏ। ਨਾਲੇ ਉਹ ਤਾਂ ਜਦੋਂ ਆਏ ਸੀ ਉੱਥੋਂ ਲੈ ਕੇ ਆਉਣ ਸਾਰੀ ਉਹਨਾਂ ਨੂੰ ਫਟਕਾਰਾਂ ਪੈਣ ਲੱਗੀਆਂ, ਮਾਈ ਭਾਗੋ ਵਰਗੀਆਂ ਕਹਿਣ ਲੱਗੀਆਂ, ਕੀ ਗੱਲ ਮਹਾਰਾਜਿਆਂ ਨੇ ਜੰਗ ਸਮਾਪਤ ਕਰਤੀ ਜਾਂ ਫਿਰ ਉਹਨਾਂ ਨਾਲ ਸੁਲ੍ਹਾ ਹੋ ਗਈ ਜਾਂ ਫਿਰ ਤੁਸੀਂ ਮਹਾਰਾਜ ਜੀ ਨੂੰ ਪਿੱਠ ਦਿਖਾ ਕੇ ਆ ਗਏ, ਦੱਸੋ ਜਵਾਬ ਦੇਵੋ। ਕਹਿਣ ਲੱਗੇ ਨਾ ਅਸੀਂ ਮਹਾਰਾਜਿਆਂ ਨੇ ਕੋਈ ਜੰਗ ਦੀ ਸੁਲ੍ਹਾ ਕੀਤੀ ਆ, ਨਾ ਜੰਗ ਹੋਇਆ, ਨਾ ਜੰਗ ਦੀ ਸਮਾਪਤੀ ਹੋਈ ਹੈ, ਅਸੀਂ ਤਾਂ ਬਦਾਵਾ ਲੈ ਕੇ ਆ ਗਏ ਆ। ਇੰਨੀ ਗੱਲ ਕਹਿਤਾ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਕਹਿਣ ਲੱਗੇ ਚਲੋ ਠੀਕ ਹੈ, ਫਿਰ ਜੇ ਤੁਸੀਂ ਘਰਾਂ ਵਿੱਚ ਆ ਗਏ ਹੋ ਨਾ, ਚੂੜੀਆਂ ਚਾੜੀਆਂ ਪਾ ਕੇ ਘਰਾਂ ਵਿੱਚ ਬਹਿ ਜਾਓ, ਘਰ ਦੇ ਕੰਮਕਾਰ ਕਰਿਆ ਕਰੋ, ਅਸੀਂ ਮਹਾਰਾਜ ਜੀ ਦੇ ਨਾਲ ਜੰਗ ਲੜਨ ਵਾਸਤੇ ਜਾਂਦੇ ਹਾਂ। ਇਹੋ ਜਿਹੀਆਂ ਮਾਈਆਂ ਵੀ ਇਸ ਸਾਡੇ ਸਿੱਖ ਇਤਿਹਾਸ ਵਿੱਚ ਹੋਈਆਂ ਨੇ। ਕਹਿਣ ਲੱਗੇ ਤੁਸੀਂ ਘਰਾਂ ਵਿੱਚ ਬੈਠੋ, ਆ ਬੱਚਿਆਂ ਨੂੰ ਸੰਭਾਲਿਆ ਕਰੋ, ਘਰਾਂ ਦੇ ਕੰਮਕਾਰ ਕਰਿਆ ਕਰੋ, ਅਸੀਂ ਮਹਾਰਾਜ ਜੀ ਨਾਲ ਜਾਂਦੇ ਹਾਂ। ਇਹੋ ਜਿਹੀਆਂ ਲਾਹਨਤਾਂ ਸੁਣ ਕੇ ਫਿਰ ਮਹਾਰਾਜ ਜੀ ਦੁਬਾਰਾ ਖਿਦਰਾਣੇ ਦੀ ਢਾਬ ਤੇ ਪਤਾ ਲੱਗਿਆ ਜੰਗ ਹੋਣ ਲੱਗਿਆ, ਉੱਥੇ ਆ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਫੌਜਾਂ ਆਈਆਂ ਹੋਈਆਂ ਨੇ। ਘਮਸਾਣ ਦਾ ਯੁੱਧ ਹੋਇਆ ਹੈ, ਮਹਾਰਾਜ ਜੀ ਟਿੱਬੀ ਤੇ ਖੜੇ ਵੇਖਦੇ ਨੇ। ਸਾਰੀ ਜੰਗ ਦੀ ਜਦੋਂ ਸਮਾਪਤੀ ਹੋਈ ਹੈ ਨਾ, ਮਹਾਰਾਜ ਟਿੱਬੀ ਤੋਂ ਹੇਠਾਂ ਉਤਰਦੇ ਨੇ, ਕਿਸੇ ਨੂੰ ਆਖਦੇ ਨੇ ਇਹ ਮੇਰਾ 10 ਹਜ਼ਾਰੀ, ਕਿਸੇ ਨੂੰ ਆਖਦੇ ਮੇਰਾ 20 ਹਜ਼ਾਰੀ, ਕਿਸੇ ਨੂੰ ਵਾਰ ਦਿੰਦੇ ਨੇ ਮੇਰਾ 30 ਹਜ਼ਾਰੀ। ਜਿਸ ਵੇਲੇ ਮਹਾਰਾਜ ਜੀ ਹਲੇ ਚਿਹਰਾ ਪਹਿਚਾਣਦੇ ਨੇ ਵੀ ਭਾਈ ਮਹਾ ਸਿੰਘ ਪਿਆ, ਵੀ ਇਹ ਤਾਂ ਬਦਾਵਾ ਲੈ ਕੇ ਆ ਗਏ ਸੀ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਵੇਖਿਆ ਵੀ ਹਲੇ ਸਾਹ ਚੱਲਦੇ ਨੇ, ਮਹਾਰਾਜ ਜੀ ਨੇ ਆਪਣੀ ਬੁੱਕਲ ਵਿੱਚ ਲਿਆ। ਮਾਰ ਕਹਿਣ ਲੱਗੇ ਮਹਾ ਸਿੰਘਾ ਵੀ ਤੂੰ ਤਾਂ ਆ 40 ਸਿੱਖਾਂ ਨੂੰ ਆਪਦੇ ਸਣੇ ਆ ਗਿਆ ਸੀ, ਆ ਗੱਲ ਤੇ ਦਸਤਖਤ ਕਰਕੇ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮਹਾਰਾਜ ਜੀ ਮਾਫ ਕਰ ਦਿਓ, ਕਿਰਪਾ ਕਰਿਓ, ਮਾਫ ਕਰ ਦਿਓ। ਕੀ ਆਖਦਾ ਭਾਈ ਮਹਾ ਸਿੰਘ? ਮਹਾਰਾਜ ਜੀ ਆ ਕਿਰਪਾ ਕਰੋ, ਮਾਫੀ ਮੈਂ ਮੰਗਦਾ, ਆ ਜਿਹੜਾ ਕਸੂਰ ਹੋਇਆ ਮੇਥੋਂ ਮਾਫ ਕਰ ਦਿਓ ਸਤਿਗੁਰ ਮੈਨੂੰ, ਜੋ ਕਸੂਰ ਹੋ ਗਿਆ ਕਰ ਦਿਓ ਸਤਿਗੁਰ ਮੈਨੂੰ, ਜੋ ਕਸੂਰ ਹੋ ਗਿਆ ਕਰ ਦਿਓ ਸਤਿਗੁਰ ਮੈਨੂੰ, ਮਾਫ ਕਰ ਦਿਓ ਸਤਿਗੁਰ ਮੈਨੂੰ, ਮਾਫ ਕਰ ਦਿਓ ਸਤਿਗੁਰ ਮੈਨੂੰ, ਜੋ ਕਸੂਰ ਹੋ ਗਿਆ। ਮਾਫ ਕਰ ਦਿਓ, ਮਾਫ ਕਰ ਦਿਓ ਸਤਿਗੁਰ ਮੈਨੂੰ, ਜੋ ਕਸੂਰ ਹੋ ਗਿਆ ਕਰ ਦਿਓ ਸਤਿਗੁਰ ਮੈਨੂੰ, ਜੋ ਕਸੂਰ ਹੋ ਗਿਆ। ਮਾਫ ਕਰ ਦਿਓ ਸਤਿਗੁਰ ਮੈਨੂੰ, ਕਰ ਦਿਓ ਸਤਿਗੁਰ ਮੈਨੂੰ, ਜੋ ਕਸੂਰ ਹੋ ਗਿਆ। ਜਿਹੜਾ ਲਿਖ ਕੇ ਬਦਾਵਾ ਤੇਥੋਂ ਦੂਰ ਹੋ ਗਿਆ, ਹਾਂ ਲਿਖ ਕੇ ਬਦਾਵਾ ਤੇਥੋਂ ਦੂਰ ਹੋ ਗਿਆ, ਲਿਖ ਕੇ ਹਾਂ ਲਿਖ ਕੇ ਬਦਾਵਾ ਤੇਥੋਂ ਦੂਰ ਹੋ ਗਿਆ, ਲਿਖ ਕੇ
सतगुर मैनू जो कसूर हो गया। कर दो सतगुर मैनू जो कसूर हो गया। कर दो सतगुर मैनू जो कसूर हो गया। माफ कर दो सतगुर मैनू कर दो सतगुर मैनू माफ कर दो सतगुर मैनू कसूर हो गया। महाराज जी कृपा करो आ जेड़ा कसूर हो गया ना लिख के बदावा ते इथों दूर हो गया। आ मेरी आस पूरी कर दो। महाराज कहन लगे महा ਸਿੰਘਾ ठीक है बई तू तो बदावा लेके आ गया सी नाल अपने साथियों नूं लै आया सी की चाहुंदा हुण मंग की मंगदा है। महाराज महाराज कहन लगे राज दे दिए मुक्ति दे दिए। हाथ जोड़ के कहन लग्या भाई महा सिंह महाराज राज ना चाहूं मुक्त ना चाहूं मन प्रीत चारण कमलारी। महाराज आ एक कोई अरदास बेनती मेरी हाथ जोड़ के बेनती है जेड़ा बदावा सी लिख के आए सी काली स्याही दे नाल महाराज कृपा करो आह बदावा जेड़ा मेरी अखां दे सामने पाड़ दिओ। होर कोई मंग नहीं मंगदा। राज ना चाहूं मुक्त ना चाहूं मन प्रीत चारण कमलारे। महाराज होर कुछ नहीं चाहिए कृपा करो आ बदावा पाड़ दिओ। लो मां ਸਿੰਘਾ वेग साडा भावें साडे कोल कुछ नहीं बचिया जिन्ना भी साडा धन पदार्थ होर हीरे जवार जो भी सी माया मोहरा सारा कुछ सरसा की भेट चढ़ गया। आ वेख तेरा कमर कस आ बदावा लिखिया होया ना टुकड़ा आ हजे भी मैं कमर कसे विच पाई बैठा। महाराजियां ने ना भाई महा सिंह दे अखां दे सामने वो लिखिया होया बदावा महाराज जी ने पाड़ दिता। फिर आपां बाणी दे विच आ पंक्तियां भी पढ़ते हैं। पाड़ दिया सब लेखा संतां ने मेरा 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 संतां ने मेरा पाड़ दिया सब लेखा संतां ने मेरा। धर्म राय अब कहाँ करेगो धर्म राय अब कहाँ करेगो धर्म राय अब कहाँ करेगो। धर्म राय अब कहाँ करेगो जो फाट्यो सगलो लेखा संतां ने मेरा पाड़ दिया सब लेखा संतां ने मेरा दिया सब लेखा संतां ने मेरा पाड़ दिया सब लेखा संतां ने मेरा पाड़ दिया सब लेखा संतां ने मेरा दिया सब लेखा संतां ने मेरा पाड़ दिया सब लेखा संतां ने मेरा पाड़ दिया सब लेखा संतां ने मेरा दिया सब लेखा संतां ने मेरा पाड़ दिया सब लेखा संतां ने मेरा। पाड़ दिया सब लेखा संतां ने मेरा धर्म राय अब कहाँ करेगो की करूँगा बेचारा धर्म राजा। आ संत महाराज बाबा बलवंत सिंह जी महाराज सियोड़े साहिब वाले आ धारना पढ़िया करते भी की करूँगा बेचारा धर्म राजा लेखा पाड़िया साधुआं ने करूँगा बेचारा धर्म राजा हाँ लेखा पाड़िया साधुआं ने
करै गो जो फाट्यो सगलो लेखा। धर्म राजा भी उत्थे की कर सकदा है। महाराज कहंदे जदों लेखा साधु संतां दे कोलों ਉਹ जिस ਵੇਲੇ ਹੁਣ ਭਾਈ ਮਾਨ ਸਿੰਘ ਜੀ ਨੇ ਇਹ ਮੰਗ ਕੀਤੀ, ਮਹਾਰਾਜਿਆਂ ਨੇ ਕਮਰ ਕਸੇ ਅੰਦਰੋਂ ਲਿਖਿਆ ਬਦਾਵਾ ਕੱਢਿਆ, ਅੱਖਾਂ ਦੇ ਸਾਹਮਣੇ ਪਾੜ ਦਿੱਤਾ, ਉੱਥੇ ਆਪਣਾ ਸਰੀਰ ਤਿਆਗ ਗਏ। ਜਿਵੇਂ ਇਸ ਮਾਘੀ ਦੇ ਦਿਹਾੜੇ ਅੰਦਰ, ਮਾਘ ਦੇ ਮਹੀਨੇ ਦੇ ਅੰਦਰ ਆਪਾਂ ਇਸ ਤਰ੍ਹਾਂ 40 ਮੁਕਤਿਆਂ ਦਾ ਇਤਿਹਾਸ ਵੀ ਸਰਵਣ ਕਰਦੇ ਹਾਂ। तदे महाराजिया ने इस महीने अंदर आख्या, माघ मंजन संग साधुआं धूड़ी कर इशनान। माघ दे महीने अंदर धूड़ी विच इशनान करना की है? पढ़ तां आपां रोज लैने, पर हले तक सानू असीं मिट्टी नूं ही धूड़ी समझी बैठे हैं। धूड़ी विच इशनान करना की है? ठीक है, जिथों तक आपां मन भी लैने भी महापुरख जिथों दी लंघ जांदे ने, रजब जै जै पग धरै तह तह करत निहाल। वो महापुरख जिहड़े रब दे प्यारे हुंदे ने, नाम जपण वाले, जिथों जिथों दी लंघदे ने वो धरती नूं पवित्र करदे जांदे ने। ठीक है, उस धूड़ी दा भी महत्व है, पर जिथों तक इस बाणी अंदर गल हुई है, माघ मंजन संग साधुआं धूड़ी कर इशनान, किस धूड़ी अंदर इशनान करने वास्ते आखदे ने? साध संगत ओ बचना रूपी धूड़ी। महापुरखां कोल जाने आ, महापुरखां ने कोई बचन कीता है, बचन असीं मनण नूं तैयार नहीं, चाक के मिट्टी असीं मत्थे नूं लाई फिरदे हां। महाराज कहंदे जिहड़ा महापुरखां दे बचनां नूं कमावे, ਇੱਥੇ ਆਮ ਵੇਖਣ ਨੂੰ ਸੰਗਤ ਵਿੱਚ ਆਪਾਂ ਵੇਖ ਲਈਏ ਕਿਤੇ ਬੜਾ ਲੰਮਾ ਸਮਾਂ ਹੋ ਗਿਆ ਸੰਤਾਂ ਮਹਾਂਪੁਰਖਾਂ ਕੋਲ ਜਾਂਦਿਆਂ ਨੂੰ, ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਦੇ ਜਾਂਦੇ ਆ, ਪਰ ਕੋਈ ਫਰਕ ਨਹੀਂ। ਜਿਹੋ ਜੇ ਪਹਿਲਾਂ ਸੀ ਉਹੋ ਜੇ ਹੁਣ ਨੇ। ਕਿਉਂ ਨਹੀਂ ਫਰਕ? ਉਹ ਮਹਾਂਪੁਰਖਾਂ ਦਾ ਬਚਨ ਨਹੀਂ ਮੰਨਿਆ। गल तो तदे बननी है, आप जी ने इत्थों ही सरवण किया, सेवक सिख पूजन सब आवे सब गावे हर हर उत्तम बाणी। मैं गा रहा, तुसी सुन रहे हो, फल तो है। महाराज कहन लगे, सुनते पुनीत कहते पवित सत गुर रहिया। फल है, आप जी जिमें बाणी सुन रहे हो, फल तो महाराज जी ने दस दिता, दुख रोग संताप उतरे सुनी सच्ची बाणी। महाराज कहण लगे दुखों का संताप तेरा उतर जदों बाणी सरवण करदा है। पर महाराज कहण लगे इस तरह तो सारे ही आने आ, सेवक सिख पूजन सब आवे सब गावे हर हर उत्तम बाणी। पर महाराज कहते गल तदे बानिया गाविया सुनिया तिनका हर थाए पावे, जिन सतगुर की आग्या सत सत कर मानी। जिन्हों ने वह परमेश्वर की बाणी नूं सत करके मान लिया, सेवा सिमरन उन्हां दा थाए पैना। विचार चल रही सी, माघ मंजन संग साधुआं धूड़ी कर इशनान। किहड़ी धूड़ी विच इशनान करना? जदों महापुरख कोई बचन करे, उस बचन को सत करके मनना। माफ करे साध संगत, जाने जरूर आ महापुरखों कोले, किते सौखा जिहा बचन होवे तां भज के कह देना सत बचन जी, आ काम मैं कर लेना। जे औखा जिहा बचन होवे, ये किसी होर दी ड्यूटी ला दे। अपने च भी यही है ना। एक ना महापुरखों का सेवादार सी, महापुरख एक छपरी दे विच रहिंदे ने, नाल सेवादार है। समा इहो जिहा बनिया, मौसम इहो जिहा बनिया है ना, मीह पैण लग गया। महापुरख कहण लगे सेवादारा भी अपना छप्पर चोण लग गया, मीह पही जांदा, भी चल इउं कर इहनूं बंद करिया मुंदिया, इहनूं जाके उपर जाके। वो सेवादार मेरे वर्गा सी, कोई ढिल्लड़ जिहा कहण लग्या, महापुरशो ये काम नहीं चाहिदा, क्योंकि तुसी मेरे गुरु हो, तुसी थल्ले होवो ते मैं उत्ते होवां, ये तां गल ही नहीं जचदी। तुसी मेरे गुरु हो, संतों महापुरखों, मैं तुहानूं गुरु मनदा आपदा। तुसी हेठां होवो ते तुहाडा चेला जिहड़ा वो उपर होवे। नहीं महाराज, मैं ये अपराध मैं कर नहीं सकदा।
चलो बुढ़ा शरीर सी महापुरखों का, आप ही उपर गए जाके उन्होंने बंद किया जिहड़ा शराक होया सी मुंदिया। हुण महापुरख हेठां ये चोला भेजिया। महापुरख कहण लगे चल सेवादार इउं तां कर ले, हुण वेख किते आसे पासे जड़ां जुड़ां च लकड़ां सुक्कियां माड़ियां मोटियां पच्चरां जिहां मिल जाण, प्रसादा पानी तैयार कर लीए। सेवादार फिर कहन लग्या महाराज ये काम मैं फिर नहीं कर सकता। क्यों? तुसी अंदर होवोगे, मैं जब बाहर जाऊं थोड़े वाल मेरी पिठ हो जू, आने बहाने थोड़े वाल महाराज मेरी पिठ हो जू, मैं ये भी अपराध मैं कर नहीं सकता। चलो महापुरखा ने आप ही लियांदे माड़े मोटे डक्के चक के प्रसादा पानी तैयार किया। कहन लगे सेवादारा चल हुण छक तां लै, आ तेरे वास्ते तैयार किया, नाले मैं छक लैना नाले तू छक लै। हाथ जोड़ के कहन लग्या महापुरुषो सुनिया सारी दुनिया आखदी है भी महापुरखों का तीजा बचन मोड़ी का नहीं हुंदा। आखो सतनाम श्री वाहिगुरू। भी महापुरखों का तीजा बचन मोड़ी का नहीं हुंदा, छक जरूर लेना। इस तरह ही ऐसा जो सौखा या महापुरखों को जाने जरूर हाँ, कभी कोई किसी महापुरखों को चलो जिथे जिथे भी टेक है जाने जरूर हाँ, पर जो कोई सौखा या बचन हाँ भज के कह दे आ काम मैं कर देना 7 बचन, जे किते औखा जिहा होवे फिर कह दे किसी होर दी। इस तरह तरिया नहीं जाना। महाराज कहते जे पार लंघना है ना महापुरखों की संगत करके तां उन्हां दे बचन भी कमाने पैने हैं। गुर प्रसादी तरिया जे को बचन कमावे संतन का, सो गुर प्रसादी तरिया। जे कोई बचन कमावे पूरे संतां दा, गुर प्रसादी पार पावेगा। जे को बचन कमावे भाई संतां दा, गुर प्रसादी पार पावेगा। शादी पार पावेगा। गुर प्रसादी पार पावेगा। कमावे पूरे संतान दा, गुर प्रसादी पार पावेगा। जे कोई बचन कमावे पूरे संतान दा, गुर प्रसादी पार पावेगा। बचन कमावे भाई संतां दा कमावे, गुर प्रसादी पार पावेगा। बचन कमावे भाई संतां दा, गुर प्रसादी पार पावेगा। कमावे पूरे संतां दा, गुर प्रसादी पार पावेगा। बचन कमावे पूरे संतां दा, प्रसादी पार पावेगा। बचन कमावे पूरे संतान दा, मैं कदूं प्रसादी पार पावेगा। कोई बचन कमावे पूरे संतान दा, गुर प्रसादी पार पावेगा। हाँ महाराज कहने लगे जे कोई बचन कमावे तो महाराज कहने लगे पार हो जू इस दुनिया तो, इस संसार तो, भवजल तो। पर बचन कमाना बहुत औखा है। बचन कमाना बहुत औखा है। चले जरूर जाने महापुरखों कोले जे कोई बचन, जिमें एक महापुरखा ने ना रोज ही जाके कह दिया करे महापुरुषों कोई बचन करो, कोई बचन करो, कोई बचन करो, रोज आने जाके कह दिया करे। महापुरख कहन लगे कि जा फिर नदी के किनारे जाके ना चिखा बना के उहदे विच सड़ जा। ते साथ संगत चलिया गया। हले मन जा डोलदा भी है कि महापुरख चलो कोई गल नहीं पिछे बचाउण आउणगे भी ना आ जा वापस। जानू एक कोल खड़ा सी, कहन लग्या भी की गल तू चीखा बनाई जाना है।
ਕਹਿਣ ਲੱਗੇ ਮਹਾਂਪੁਰਸ਼ਾਂ ਨੇ ਬਚਨ ਦਿੱਤਾ ਹੈ ਵੀ ਜਾ ਕੇ ਚਿਖਾ ਬਣਾ ਕੇ ਸੜ ਜਾ ਉਹਦੇ ਵਿੱਚ। ਵੀ ਹੁਣ ਮੈਂ ਕਿਵੇਂ ਕਰਾਂ, ਮਰਨ ਨੂੰ ਦਿਲ ਨਹੀਂ ਕਰਦਾ। ਕਹਿ ਬੈਠਿਆ ਵੀ ਮਹਾਂਪੁਰਖੋ ਕੋਈ ਬਚਨ ਕਰੋ। ਬਚਨ ਕਰਤਾ। ਕਹਿਣ ਲੱਗਿਆ ਚੱਲ ਤੂੰ ਇਉਂ ਤਾਂ ਕਰ ਸਕਦਾ ਵੀ ਇਹ ਬਚਨ ਮੈਨੂੰ ਦੇ ਦੇਵੇਂ, ਮੈਂ ਮਰਨ ਲਈ ਤਿਆਰ ਹਾਂ। ਉਹਨੂੰ ਟੇਕ ਸੀ ਵੀ ਮਹਾਂਪੁਰਖਾਂ ਨੇ ਬਚਾ ਤਾਂ ਲੈਣਾ ਹੀ ਹੈ। ਕਹਿਣ ਲੱਗਿਆ ਆ ਬਚਨ ਮੈਨੂੰ ਦੇ ਦੇ। ਕਹਿਣ ਲੱਗਿਆ ਤੈਨੂੰ ਦਿੱਤਾ। ਜਦੋਂ ਚਿਖਾ ਦੇ ਵਿੱਚ ਜਾਨੂ ਸਾਧ ਸੰਗ ਮਹਾਂਪੁਰਖ ਆਈ, ਕਹਿਣ ਲੱਗਿਆ ਤੂੰ ਸਾਡਾ ਸੇਵਾਦਾਰ ਹੈ, ਐਸੇ ਤੈਨੂੰ ਪਰਖਣਾ ਸੀ। ਉਹ ਜਾਨੂ ਜਿਹੜਾ ਕੋਲ ਖੜਾ ਸੀ ਉਹ ਵੇਖ ਲਿਆ ਵੀ ਮੈਂ ਤਾਂ ਉਹੀ ਇਹਨੂੰ ਬਚਨ ਦੇ ਬੈਠਿਆ। ਭਾਵ ਕਿ ਬਚਨ ਕਮਾਉਣਾ ਬਹੁਤ ਔਖਾ ਹੈ। ਕਹਿ ਜ਼ਰੂਰ ਦਿੰਦੇ ਆ ਕੋਈ ਮਹਾਂਪੁਰਖ ਆਵੇ, ਮਹਾਂਪੁਰਖੋ ਕੋਈ ਬਚਨ ਕਰੋ, ਪਰ ਸਾਡੀ ਤਾਂ ਬਿਰਤੀ ਇੱਥੇ ਤੱਕ ਖੜੀ ਹੈ। ਕੋਈ ਆਖਦਾ ਮਹਾਂਪੁਰਸ਼ੋ ਸਾਡੀ ਮੱਝ ਨਹੀਂ ਦੁੱਧ ਦਿੰਦੀ, ਦੁੱਧ ਦੇਣ ਲੱਗ ਜੇ। ਕੋਈ ਪੁੱਤਾਂ ਦੀਆਂ ਦਾਤਾਂ ਹੀ ਮੰਗੀ ਜਾਂਦਾ ਹੈ, ਇੱਥੋਂ ਤੱਕ। ਪਰ ਜਿਹੜੀ ਚੀਜ਼ ਨੂੰ ਲੈਣਾ ਸੀ, ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਕਰ। ਜਿਹੜੀ ਵਸਤੂ ਨੂੰ ਲੈਣਾ ਸੀ, ਮਹਾਂਪੁਰਖਾਂ ਕੋਲੋਂ ਮਿਲਣੀ ਸੀ, ਉਹ ਕਿਹੜੀ ਵਸਤੂ ਸੀ? ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਕਰ ਪਾਇਆ। ਉਹ ਸੰਤਾਂ ਦੇ ਕੋਲੋਂ ਮਿਲਣੀ ਸੀ। ਉਹ ਕਿਹੜਾ ਹੈ? ਉਹ ਪਰਮੇਸ਼ਰ ਕੋਲੋਂ, ਉਹ ਸੰਤਾਂ ਕੋਲੋਂ ਸਾਨੂੰ ਨਾਮ ਦੀ ਦਾਤ ਮਿਲਣੀ ਸੀ। ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਉਹਨਾਂ ਦੇ ਬਚਨਾਂ ਰੂਪੀ ਧੂੜੀ 'ਚ ਇਸ਼ਨਾਨ ਕਰਨਾ ਸੀ, ਉਹਨਾਂ ਦੇ ਬਚਨਾਂ ਨੂੰ ਮੰਨਣਾ ਸੀ। ਫਿਰ ਕੀ ਅੱਗੇ ਇਸ ਮਹੀਨੇ ਦੇ ਕਥਨ ਦੁਆਰਾ ਮਹਾਰਾਜ ਆਖਦੇ ਨੇ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ। ਇਸ ਦੁਨੀਆ ਤੇ ਆਇਆ ਉਸ ਪਰਮੇਸ਼ਰ ਦਾ ਨਾਮ ਜਪ, ਹਰ ਕਾ ਨਾਮ ਧਿਆਏ ਸੁਣ। ਮੈਂ ਆਖਿਆ ਬਈ ਕਈ ਆਖਦੇ ਵੀ ਸਾਥੋਂ ਬਾਣੀ ਪੜ੍ਹਨੀ ਹੁੰਦੀ, ਜਾਂ ਫਿਰ ਕਈਆਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ, ਪੰਜਾਬੀ ਨਹੀਂ ਆਉਂਦੀ। ਮਹਾਰਾਜ ਕਹਿਣ ਲੱਗੇ ਕੰਨ ਤਾਂ ਕੋਲ ਹੈ, ਸੁਣ ਸਕਦਾ। ਹਰ ਕਾ ਨਾਮ ਧਿਆਏ, ਜੇ ਧਿਆਉਣਾ ਉਸ ਪਰਮੇਸ਼ਰ ਨੂੰ ਆਪਣੀ ਯਾਦ ਅੰਦਰ ਵਸਾਉਣਾ। ਸਿਮਰਨ ਦਾ ਅਰਥ ਕੀ ਹੈ? ਉਹਨੂੰ ਯਾਦ ਕਰਨਾ, ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ। ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ। ਇਸ ਮਹੀਨੇ ਦੇ ਅੰਦਰ ਇਹ ਵਿਸ਼ੇਸ਼ ਫਲ ਮੰਨਿਆ ਜਾਂਦਾ ਹੈ ਵੀ ਬੜੇ ਲੋਕ ਦੁਨੀਆ ਦੇ ਬੜੇ ਪੁੰਨ ਦਾਨ ਕਰਦੇ ਨੇ, ਵੱਡੇ ਵੱਡੇ ਦਾਨ ਕਰਦੇ ਨੇ। ਅੱਜ ਦਾ ਦਾਨ ਆਪਣੇ ਕੁਛ ਵੀ ਨਹੀਂ। ਜੇ ਪਿੱਛੇ ਝਾਤ ਮਾਰ ਕੇ ਵੇਖੀਏ ਨਾ, ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਵੱਡੇ ਵੱਡੇ ਦਾਨ ਕਰਿਆ ਕਰਦੇ। ਗੱਜ ਦਾਨ, ਅਸ ਦਾਨ, ਗੱਜ ਦਾਨ, ਸਹਿਜਾ ਨਾਰੀ ਭੂਮ ਦਾਨ। ਰਾਜੇ ਮਹਾਰਾਜੇ ਸੋਨਾ ਦਾਨ ਕਰਿਆ ਕਰਦੇ, ਕਿਲੋਆਂ ਦੇ ਕਿੱਲੇ। ਗੱਜ ਦਾਨ, ਹਾਥੀ ਦਾਨ ਕਰਿਆ ਕਰਦੇ। ਭੂਮ ਦਾਨ, ਭੂਮੀਆਂ, ਆਸਾ ਸੰਗਤ, ਕਿੱਲਿਆਂ ਦੇ ਕਿੱਲੇ, ਧਰਤੀਆਂ, ਇਹ ਦਾਨ ਕਰਿਆ ਕਰਦੇ। ਅੱਜ ਆਪਣਾ ਦਾਨ ਕਿੰਨਾ ਕੁ ਹੈ? ਅੱਜ ਦਾ ਦਾਨ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਅਸ ਦਾਨ, ਗੱਜ ਦਾਨ, ਸਹਿਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੀ ਕੀਜੈ। ਜੇ ਕਹਿਣ ਲੱਗੇ ਵੀ ਤੂੰ ਇਹੋ ਜਿਹੇ ਦਾਨ ਨਾ, ਹਾਥੀਆਂ ਦੇ ਦਾਨ, ਆ ਭੂਮ ਧਰਤੀ ਦੇ ਦਾਨ, ਸੋਨੇ ਦੇ ਦਾਨ ਰੋਜ਼ਾਨਾ ਕਰੇ, ਤੂੰ ਕਹੇ ਵੀ ਮੈਨੂੰ ਨਾਮ ਮਿਲ ਜੂ। ਮਹਾਰਾਜ ਕਹਿਣ ਲੱਗੇ ਨਹੀਂ ਮਿਲਣਾ, ਨਹੀਂ ਮਿਲਣਾ। ਨਾਮ ਕਦੋਂ ਮਿਲੂ? ਜਦੋਂ ਆ ਸਾਰਾ ਕੁਝ, ਆ ਵਿਸ਼ੇ ਵਿਕਾਰਾਂ ਨੂੰ ਪਿੱਛੇ ਛੱਡਤਾ, ਜਦੋਂ ਕਹਿ ਦੇਵੇਂਗਾ ਮਹਾਰਾਜ ਆ ਮਨ ਤੁਹਾਡਾ। ਕਿਸੇ ਰਾਜੇ ਨੂੰ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਸੀ, ਕਬੀਰ, ਭਗਤ ਕਬੀਰ ਜੀ, ਆ ਸਾਥੋਂ ਜਿੰਨਾ ਸੋਨਾ ਮੰਗੋਗੇ ਉਹਨਾਂ ਦੇਣ ਲਈ ਤਿਆਰ ਆ। ਸਾਨੂੰ ਵੀ ਰੱਬ ਦੇ ਦਰਸ਼ਨ ਕਰਾ ਦਿਓ, ਸਾਨੂੰ ਵੀ ਪਰਮੇਸ਼ਰ ਦਾ ਨਾਮ ਦੇ ਦਿਓ। ਫਿਰ ਉੱਥੇ ਭਗਤ ਕਬੀਰ ਸਾਹਿਬ ਜੀ ਨੇ ਆ ਸ਼ਲੋਕ ਉਚਾਰਨ ਕੀਤਾ ਸੀ, ਕਬੀਰ ਕਾਂਚਨ ਸਿਉ ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ। ਉਹ ਰਾਜਨ, ਤੂੰ ਆਖਦਾ ਵੀ ਆ ਸੋਨਾ ਲੈ ਲੈ ਤੇ ਰੱਬ ਦੇ ਦੇ, ਰੱਬ ਦੇ ਦਰਸ਼ਨ ਕਰਾ ਦੇ।
ਵੇਖਿਆ ਕਦੇ ਵੀ ਰੱਬ ਸੋਨੇ ਦੇ ਬਰਾਬਰ ਮਿਲਦਾ ਹੋਵੇ? ਭਗਤ ਕਬੀਰ ਸਾਹਿਬ ਜੀ ਨੇ ਫਿਰ ਉੱਥੇ ਇਹ ਸ਼ਬਦ ਉਚਾਰਨ ਕਰਕੇ ਨਾ ਉਸ ਰਾਜੇ ਨੂੰ ਸਮਝਾਇਆ, ਰਾਜਨ ਰੱਬ ਪਤਾ ਕਾਹਦੇ ਬਰਾਬਰ ਮਿਲਦਾ ਹੈ? ਆ ਸਾਰੀਆਂ ਵਸਤੂਆਂ ਤਾਂ ਹੇਠਾਂ ਨੇ, ਰੱਬ ਤਦੋਂ ਮਿਲਣਾ ਜਦੋਂ ਮਨ ਉਹਨੂੰ ਦੇ ਦੇਵੇਂਗਾ। ਕਾਂਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਜੇ ਮੈਂ ਰੱਬ ਨੂੰ ਮਿਲਿਆ ਨਾ, ਰੱਬ ਮੈਨੂੰ ਮਿਲਿਆ, ਤਾਂ ਮੈਂ ਉਹਨੂੰ ਕੁਝ ਦਿੱਤਾ। ਕੀ ਦਿੱਤਾ? ਭਗਤ ਕਬੀਰ ਸਾਹਿਬ ਜੀ ਨੇ ਐਸਾ ਸ਼ਬਦ ਉਚਾਰਨ ਕੀਤਾ, ਬਈ ਰੱਬ ਸੋਨੇ ਦੇ ਬਰਾਬਰ ਨਹੀਂ ਓ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਰੱਬ ਸੋਨੇ ਦੇ ਬਰਾਬਰ ਨਹੀਂ ਓ ਮਿਲਦਾ ਏ ਮਨ ਵੇਚ ਕੇ। ਮਿਲਦਾ ਏ ਮਨ ਵੇਚ ਰੱਬ ਮਿਲਿਆ ਨਾ, ਮੈਂ ਉਹਨੂੰ ਆਪਣਾ ਮਨ ਦਿੱਤਾ ਤਾਂ ਮੈਨੂੰ ਰੱਬ ਮਿਲਿਆ। ਤੂੰ ਕਹਿੰਦਾ ਵੀ ਮੈਥੋਂ ਸੋਨਾ ਲੈ ਲੈ ਤੇ ਮੈਨੂੰ ਰੱਬ ਦਾ ਦਰਸ਼ਨ ਕਰਾ ਦੇ। ਇਸ ਸਰਾਣੀ ਮਹਾਰਾਜ ਕਹਿਣ ਲੱਗੇ, ਅੱਗੇ ਮਹਾਰਾਜ ਲਿਖਦੇ ਨੇ, ਮਾਘ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ। ਇਸ ਮਹੀਨੇ ਦੇ ਅੰਦਰ ਹਿੰਦੂ ਮਤ ਵਿੱਚ ਵੀ ਹੈ ਵੀ ਇਸ ਮਹੀਨੇ ਦੇ ਅੰਦਰ ਵੱਧ ਤੋਂ ਵੱਧ ਜਿਹੜਾ ਦਾਨ ਪੁੰਨ ਕਰਦਾ ਹੈ ਨਾ, ਉਹਨਾਂ ਦਾ ਸਫਲਾ ਮੰਨਿਆ ਜਾਂਦਾ ਹੈ। ਦਾਨ ਪੁੰਨ ਇਸ ਮਹੀਨੇ ਦੇ ਅੰਦਰ ਆਖਿਆ ਜਾਂਦਾ ਵੀ ਜ਼ਿਆਦਾ ਲੱਗਦਾ ਹੈ। ਪ੍ਰਾਗਰਾਜ ਵੀ ਕਰਦੇ ਨੇ, ਉਹ ਇਸ਼ਨਾਨ ਕਰਨ ਜਾਂਦੇ ਨੇ ਤੀਰਥ ਸਥਾਨਾਂ ਤੇ। ਪਰ ਮਹਾਰਾਜ ਕਹਿਣ ਲੱਗੇ, ਤੈਨੂੰ ਸਾਰਾ ਕੁਝ ਇੱਥੇ ਘਰ ਬੈਠੇ ਨੂੰ ਮਿਲ ਜੂ, ਪਰ ਕਦੋਂ? ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਮਹਾਰਾਜ ਕਹਿਣ ਲੱਗੇ, ਜਿਹੜੇ ਤੇਰੇ ਇਸ ਮਨ ਨੂੰ ਨਾ ਜਨਮ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਕਿਹੜੀ ਮੈਲ ਲੱਗੀ ਹੈ? ਤਨ ਨੂੰ ਮੈਲ ਲੱਗ ਜੇ ਤੁਸੀਂ ਤਾਂ ਜਦੀ ਕਹਿ ਦਿੰਦੇ ਹੋ ਵੀ ਨਹਾਲਾ, ਜਾਂ ਆ ਤੇਰੇ ਕੱਪੜੇ ਖਰਾਬ ਨੇ, ਇਹਨਾਂ ਨੂੰ ਸਾਫ਼ ਸੁਥਰੇ ਪਾ ਕੇ ਰੱਖ। ਪਰ ਜਿਹੜਾ ਮਨ ਨੂੰ ਮੈਲ ਲੱਗੀ ਆ, ਉਹਦੇ ਧੋਣ ਦਾ ਕਦੇ ਸਾਧਨ ਅਪਣਾਇਆ ਹੀ ਨਹੀਂ। ਉਹ ਧੋਣਾ ਕਾਹਦੇ ਨਾਲ ਹੈ? ਮਹਾਰਾਜ ਕਹਿਣ ਲੱਗੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਉਹ ਕੇਵਲ ਨਾਮ ਦੇ ਰੰਗ ਨਾਲ। ਬੇਨਤੀ ਹੈ, ਜੇ ਬੱਚਾ ਨਹੀਂ ਚੁੱਪ ਕਰਕੇ ਬੈਠਦਾ, ਸ਼ੀਸ਼ਿਆਂ ਤੋਂ ਪਿੱਛੇ ਹੋ ਕੇ ਬੈਠ ਜਾਓ, ਬਾਕੀ ਸੰਗਤ ਦਾ ਵੀ ਧਿਆਨ ਉਧਰੋਂ ਜਾਂਦਾ। ਮਹਾਗੇ ਕਾਮ ਕ੍ਰੋਧ ਨਾ ਮੋਹੀ ਹੈ, ਬਿਨਸੇ ਲੋਭ ਸਵਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਮਹਾਰਾਜ ਕਹਿਣ ਲੱਗੇ, ਜਿਹੜੇ ਤੇਰੇ ਇਸ ਸਰੀਰ ਦੇ ਅੰਦਰ ਹੰਕਾਰ ਭਰਿਆ ਹੋਇਆ ਨਾ, ਸਾਰਿਆਂ ਦੇ ਅੰਦਰ ਹੀ ਹੰਕਾਰ ਹੁੰਦਾ ਹੈ। ਕਿਸੇ ਦੇ ਅੰਦਰ ਥੋੜਾ, ਕਿਸੇ ਦੇ ਅੰਦਰ ਬਹੁਤ ਹੈ। ਪਰ ਜਿਹੜੇ ਮਹਾਂਪੁਰਖ ਰੱਬ ਦੇ ਪਿਆਰੇ ਹੁੰਦੇ ਨੇ, ਉਹ ਚੀਜ਼ ਨੂੰ ਆਪਣੇ ਅੰਦਰੋਂ ਖਤਮ ਕਰ ਦਿੰਦੇ ਨੇ।
क्योंकि साध संगत हुण तुसी कदों तुहाडे घर कोई एक दो चोर आ जाण तुसी कदों उन्हां नूं सुके जाण देओगे। चोर आके तुहाडे घर नूं सन ला के बह जाए तुसी कदों उन्हां नूं कहोगे भी ये सही ने, कोई गल नहीं चोरी कर लैण दिओ, नहीं बख्शांगे ना। महाराज कहन लगे तेरी इस देही अंदर भी 5 जोर ने, इस देही अंदर 5 चोर वसीले, काम क्रोध लोभ मोह अहंकारा, 5 चोर वसदे ने तेरे इस देही अंदर। रोजाना लुटदे ने तेनों, अमृत लुटै मनमुख नहीं बुझै, कोई ना सुनै पुकारा। 5 चोर तेरी देही अंदर रोजाना महाराज कहन लगे तेनों लुट्टी जांदे ने। ਉਹ ਘਰ ਦੇ ਵਿੱਚ ਕੋਈ ਚੋਰ ਆ ਜਾਏ ਤੂੰ ਉਹਨੂੰ ਬਖਸ਼ਣ ਲਈ ਤਿਆਰ ਨਹੀਂ। ਆ ਦੇਹੀ ਦੇ ਅੰਦਰ 5 ਚੋਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਕਦੋਂ ਖਤਮ ਕਰੇਗਾ? ਕਿਉਂ ਲੰਮੀਆਂ ਤਾਣ ਕੇ ਸੁੱਤਾ ਪਿਆ ਹੈ? ਇਸ ਘਰ ਦੇ ਅੰਦਰ ਤੇਰੇ ਇਸ ਇੱਟਾਂ ਦੇ ਘਰ ਦੇ ਅੰਦਰ ਕੋਈ ਚੋਰ ਆ ਜਾਵੇ ਤੂੰ ਪਹਿਰੇ ਲਾ ਲਾ ਰੱਖਦਾ ਹੈ, कैमरे लवावेगा, अनेकां यतन करेगा, पर आ देही दे अंदर भी 5 चोर बैठे ने। किहड़े ने? ओ 5 चोरां ने लुटिया घर तेरा, सुत्या तू क्यों नहीं जागदा? चोरां ने लुटिया घर तेरा, सुत्या तू क्यों नहीं जागदा? इस देही अंदर 5 चोर वसीले, काम क्रोध लोभ मोह अहंकारा। महाराज कहने लगे अमृत लुटै तेरे अंदरों, रोजाना ही अमृत लुट रहे ने। किहड़ा अमृत? लै तू अमृत वेले किते मन बुला ली ना, मैं गुरद्वारे जाके मत्था टेक के बाणी पढ़नी है, लै तेनों उठण ही नहीं देना इहने, उठण ही नहीं देना इहने तेनों। वो अमृत लुटी जा रहे ने, मनमुख नहीं बुझै, तू बुझदा नहीं इस गल नूं, क्योंकि मनमुख है, गुरमुख नहीं ना है। आपदी मत वरतदा है, अपने मन की आई करदा है। सीधे अर्थ ने मनमुख ते गुरमुख दे। जिहड़ा मन दे पिछे लग्या वो मनमुख है, जिहड़ा गुरु दे पिछे लग्या वो गुरमुख है। मार कहने मनमुख नहीं बुझा कोई ना सुने पुकारा। और तेरी उथे किसी ने पुकार नहीं सुननी। इस देही दे अंदर जिहड़े 5 चोर बैठे ने, काम क्रोध ना मोही है, बिनसै लोभ सुआण। महाराज जी संतां दे प्रथा ए बेस घटा देना, जिहड़े संतां दे प्रथा ही इस महाराजियां ने ना ये शब्द उच्चारण कीते ने। वो जिन्हां ने परमेश्वर दा नाम जप लिया, जिन्हां ने वो परमेश्वर दा नाम जप लिया, उन्हां अंदरों ये चीज़ां चलियां गईयां। उन्हां दे अंदरों काम भी चलिया गया, उन्हां दे अंदरों क्रोध भी चलिया गया। वो उत्थे तक उन्हां दी सुरत काम ही नहीं करती। दुनिया कोई उन्हां दी सिफत करी जाए, उन्हां नूं कोई तां नहीं कोई फर्क, उन्हां नूं कोई माड़ा बोली जाए, उन्हां नूं तां नहीं फर्क। भाव आ 5 चीज़ां उन्हां तो पिछे हो जांदियां, जिहड़े परमेश्वर वाहिगुरू दा नाम जप के ਉਹਦੇ ਵਿੱਚ ਜਿਵੇਂ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਨਾ ਗੱਡੀ ਦੇ ਵਿੱਚ ਬੈਠੇ, ਨਾਲ ਦੇ ਸਿੱਖ ਸਿੰਘ ਕਹਿਣ ਲੱਗੇ ਮਹਾਰਾਜ ਜੀ ਆਪ ਜੀ ਨੇ ਕੁਝ ਸੁਣਿਆ? ਬਾਬਾ ਈਸ਼ਰ ਸਿੰਘ ਜੀ ਨੂੰ ਕਹਿਣ ਲੱਗੇ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ, ਕਹਿਣ ਲੱਗੇ ਕੀ ਗੱਲ ਹੋ ਗਈ ਭਾਈ? ਮਹਾਂਪੁਰਸ਼ੋ ਇੱਕ ਵਿਅਕਤੀ ਹੈ, ਆਪ ਜੀਆਂ ਦੇ ਪ੍ਰਤੀ ਨਾ पोस्टर छपाई बैठा है, उत्ते लिखा भी राड़े साहब की धरती दे नहर के किनारे एक साध बैठा है। साध किहो जिहा लोकां नूं दुध पुत दिंदा है।
ਤੇ ਠੱਗ ਹੈ। ਇਹੋ ਜਿਹੇ ਭੱਦੇ ਸ਼ਬਦਾਵਲੀ ਉਹਨੇ ਪੋਸਟਰਾਂ ਤੇ ਛਪਵਾਈ। ਮਹਾਰਾਜ ਉਹ ਪਿੰਡਾਂ ਪਿੰਡਾਂ ਵਿੱਚ ਲਾ ਕੇ ਜਾ ਕੇ ਲਾਈ ਜਾਂਦਾ ਹੈ। ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਕਹਿਣ ਲੱਗੇ, ਕੋਈ ਗੱਲ ਨਹੀਂ ਭਾਈ, ਉਹ ਆਪਣਾ ਕੰਮ ਕਰਦਾ, ਕੋਈ ਗੱਲ ਨਹੀਂ, ਉਹਦੀ ਡਿਊਟੀ ਇਹੋ ਜਿਹੀ ਲੱਗੀ ਹੈ। ਨਿੰਦਕ ਕਾ ਧੁਰ, ਮਹਾਰਾਜ ਕਹਿਣ ਲੈ ਧੁਰੋਂ ਹੀ ਪਿਆ ਹੋਇਆ ਉਹਨੂੰ ਨਿੰਦਾ ਕਰਨੀ, ਨਿੰਦਕ ਧੁਰੋਂ ਹੋ ਪਿਆ ਉਹਨੂੰ, ਧੁਰ ਤੋਂ ਹੀ ਉਹਦੀ ਡਿਊਟੀ ਇਹੋ ਜਿਹੀ ਲੱਗੀ ਵੀ ਤੂੰ ਨਿੰਦਿਆ ਹੀ ਕਰਨੀ ਹੈ। ਸੁਖਮਨੀ ਸਾਹਿਬ ਦੀ ਬਾਣੀ ਅੰਦਰ ਰੋਜ਼ਾਨਾ ਤੁਸੀਂ ਪੜ੍ਹਦੇ ਹੋ। ਮਹਾਂਪੁਰਖ ਰਾੜਾ ਸਾਹਿਬ ਵਾਲੇ ਕਹਿਣ ਲੱਗੇ, ਚਲੋ ਕੋਈ ਗੱਲ ਨਹੀਂ, ਉਹਦੀ ਆਪਦੀ ਡਿਊਟੀ ਆ, ਉਹਨੂੰ ਕਰੀ ਜਾਣ ਦਿਓ। ਤੇ ਸਾਧ ਸੰਗਤ ਕਹਿਣ ਲੱਗੇ ਉਹਨਾਂ ਦੀ ਆਪਦੀ ਡਿਊਟੀ ਹੈ, ਜੇ ਉਹ ਪੋਸਟਰ ਲਾਉਂਦਾ ਹੈ ਨਾ ਇਹੋ ਜਿਹੇ ਲਾਈ ਜਾਣ ਦਿਓ। ਤੇ ਸਾਧ ਸੰਗਤ ਮਹਾਂਪੁਰਖ ਨਾ ਆ ਖਟੜੇ ਤੋਂ ਗੱਡੀ ਦੇ ਵਿੱਚ ਸਵਾਰ ਸੀ, ਨਾਲ ਸਿੱਖ ਸਿੰਘ ਮਹਾਰਾਜਿਆਂ ਦੇ ਗੱਡੀ ਦੇ ਅੰਦਰ ਤੁਰੇ ਜਾਂਦੇ ਨੇ। ਦੂਰੋਂ ਇੱਕ ਵਿਅਕਤੀ ਖੜਾ ਵੇਖਿਆ, ਗਰਮੀ ਦੇ ਦਿਨ ਨੇ, ਬੜੀ ਗਰਮੀ ਪੈ ਰਹੀ ਹੈ, ਪਸੀਨੇ ਨਾਲ ਭਿੱਜਿਆ ਪਿਆ। ਪਿੱਛੇ ਨਾ ਸਾਈਕਲ ਦੇ ਪਿੱਛੇ ਉਹ ਆਟੇ ਦੀ ਲੀਟੀ ਜੀ ਬਣਾ ਕੇ, ਜਿਹੜੇ ਪੋਸਟਰ ਲਾਉਣ ਵਾਸਤੇ ਲੀਟੀ ਜੀ ਬਣਾ ਕੇ ਆਟੇ ਦੀ, ਉਹ ਰੱਖੀ ਬੈਠਾ ਹੈ। ਮਹਾਂਪੁਰਖ ਕਹਿਣ ਲੱਗੇ ਵੀ ਇਹਦੇ ਕੋਲ ਗੱਡੀ ਖੜਾਓ। ਜਾ ਕੇ ਮਹਾਂਪੁਰਖਾਂ ਨੇ ਗੱਡੀ ਲਵਾਈ। ਜਾ ਕੇ ਕਹਿਣ ਲੱਗੇ ਵੀ ਕੀ ਕਰਦਾ ਹੈ, ਇੰਨੀ ਗਰਮੀ ਦੇ ਦਿਨ ਨੇ। ਮਹਾਰਾਜ ਆ ਪੋਸਟਰ ਲਾਈ ਜਾ। ਉਹ ਜਾਨੂ ਨਾਲ ਦੇ ਸਿੰਘ ਨੇ, ਮਹਾਰਾਜ ਇਹ ਤਾਂ ਉਹੀ ਹੈ ਜਿਹੜਾ ਆਪ ਜੀਆਂ ਦੇ ਆ ਪੋਸਟਰ ਲਾਉਂਦਾ ਵੀ ਠੱਗ ਬੈਠਾ ਰਾੜੇ ਦੀ ਧਰਤੀ ਤੇ, ਨਹਿਰ ਦੇ ਕਿਨਾਰੇ ਲੋਕਾਂ ਨੂੰ ਦੁੱਧ ਪੁੱਤ ਦਿੰਦਾ ਹੈ, ਆਪ ਗੁਰੂ ਬਣਿਆ ਬੈਠਾ, ਇਹੋ ਜਿਹੇ ਸ਼ਬਦ ਵਰਤਦਾ ਹੈ। ਮਹਾਰਾਜ ਇਹ ਉਹੀ ਹੈ ਜਿਹੜੇ ਤੁਹਾਡੇ ਵਾਸਤੇ ਸ਼ਬਦਾਵਲੀ ਵਰਤਦਾ ਸੀ, ਇਹੀ ਪੋਸਟਰ ਲਾਉਂਦਾ। ਉਹ ਮਹਾਂਪੁਰਸ਼ ਕਹਿਣ ਲੱਗੇ, ਉਹ ਭਲਿਆ ਕਿਉਂ ਗਰਮੀ ਦੇ ਵਿੱਚ ਮਰਦਾ ਹੈ? ਦੇਖ ਕਿਵੇਂ ਗਰਮੋ ਗਰਮੀ ਹੋਇਆ ਪਿਆ, ਪਸੀਨੋ ਪਸੀਨੀ ਹੋਇਆ ਪਿਆ। ਆ ਜਾ, ਪੋਸਟਰ ਹੀ ਲਾਉਣੇ ਨੇ, ਕਾਹਨੂੰ ਸਾਈਕਲ ਤੇ ਜਾਣਾ ਹੈ? ਸਾਡੀ ਗੱਡੀ ਦੇ ਵਿੱਚ ਬਹਿ ਜਾ, ਜਿੱਥੇ ਜਿੱਥੇ ਕਹੇਗਾ ਉੱਥੇ ਉੱਥੇ ਪੋਸਟਰ ਲਵਾ ਦਾਂਗੇ ਤੇਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਭਾਵ? ਉਹ ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ, ਸੰਤ ਮਹਾਂਪੁਰਖ ਹੁੰਦੇ ਨੇ, ਉਹਨਾਂ ਨੂੰ ਨਾ ਆਪਣੀ ਉਸਤਤ ਤੱਕ ਮਤਲਬ ਹੈ, ਨਾ ਉਹਨਾਂ ਨੂੰ ਕਿਸੇ ਨੂੰ ਨਿੰਦਿਆ ਤੱਕ ਮਤਲਬ ਹੈ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ। ਉਹ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ ਜੀ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ ਜੀ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਸੋਗ ਤੇ ਰਹਿ ਨਿਆਰਾ, ਨਾਹੇ ਮਾਨ ਅਪਮਾਨ। ਉਹਨਾਂ ਨੂੰ ਕੋਈ ਇਸ ਚੀਜ਼ ਤੱਕ ਮਤਲਬ ਹੀ ਨਹੀਂ ਵੀ ਮੇਰਾ ਕੋਈ ਅਪਮਾਨ ਕਰਦਾ ਜਾਂ ਮੇਰਾ ਕੋਈ ਮਾਣ ਕਰਦਾ। ਉਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਹੀ ਨਹੀਂ ਮੇਰੀ ਕੋਈ ਵਡਿਆਈ ਕਰਦਾ ਜਾਂ ਨਿੰਦਿਆ ਕਰਦਾ।
ਇੱਕ ਆਨੰਦ ਦੇ ਵਿੱਚ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪ੍ਰਸਾਰ। ਮਹਾਂਪੁਰਖਾਂ ਨੇ ਆਪਣੀ ਗੱਡੀ 'ਚ ਬਿਠਾ ਲਿਆ, ਜਦੀ ਚਰਨਾਂ ਤੇ ਢਹਿ ਪਿਆ। ਮਹਾਰਾਜ ਮੈਂ ਇਸ ਗਲਤ ਫਹਿਮੀ ਦੇ ਵਿੱਚ ਸੀ, ਆਪ ਜੀ ਮੈਂ ਅਣਜਾਣ ਸੀ ਇਸ ਗੱਲ ਤੋਂ। ਲੋਕਾਂ ਤੋਂ ਸੁਣਿਆ ਸੀ ਬਈ ਫਲਾਨਾ ਉਹ ਬਾਬਾ ਰਾੜੇ ਦੀ ਧਰਤੀ ਤੇ ਬੈਠਾ ਹੈ, ਲੋਕਾਂ ਨੂੰ ਆਪ ਗੁਰੂ ਬਣਿਆ ਬੈਠਾ, ਆਪ ਦੁੱਧ ਪੁੱਤ ਦੀਆਂ ਦਾਤਾਂ ਦਿੰਦਾ ਹੈ। ਮਹਾਰਾਜ ਲੋਕਾਂ ਤੋਂ ਸੁਣਿਆ ਸੀ ਤਾਂ ਮੈਂ ਆਹ ਕੰਮ ਕੀਤਾ ਹੈ, ਪਰ ਮਹਾਰਾਜ ਆ ਮੈਨੂੰ ਹੁਣ ਬਖਸ਼ੋ। ਹੁਣ ਵੀ ਸਾਡੇ 'ਚ ਇਹੀ ਹਾਲ ਹੈ, ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਜਦੀ ਵੇਖਣਾ ਨਹੀਂ, ਸਰਟੀਫਿਕੇਟ ਹੱਥ 'ਚ ਫੜਿਆ ਹੁੰਦਾ ਜਦੀ ਵੀ ਆਹ ਤਾਂ ਫਲਾਨਾ ਸਿੰਘ ਮਾੜਾ ਹੈ, ਹੱਥ 'ਚ ਹੀ ਸਰਟੀਫਿਕੇਟ ਹੁੰਦਾ ਸਾਡੇ ਤਾਂ। ਵੇਖਣਾ ਨਹੀਂ ਵੀ ਪਿੱਛੇ ਤੱਕ ਗੱਲ ਕੀ ਹੈ, ਇਹ ਗੱਲ ਝੂਠੀ ਹੈ ਜਾਂ ਸੱਚੀ ਹੈ। ਆ ਸਰਟੀਫਿਕੇਟ ਹਰ ਇੱਕ ਦੇ ਹੱਥ ਜਦੀ ਫੜਾ ਦੇਣਾ, ਲੈ ਵੀ ਬਾਬਾ ਤੇਰਾ ਸਰਟੀਫਿਕੇਟ, ਤੂੰ ਵੀ ਇਹੋ ਜਿਹਾ ਨਿਕਲਿਆ। ਵੇਖਣਾ ਨਹੀਂ ਵੀ ਗੱਲ ਹੈ ਪਿੱਛੇ ਕੀ, ਉਹ ਗੱਲ ਨੂੰ ਘੋਖਣਾ ਨਹੀਂ, ਵਿਚਾਰਨਾ ਨਹੀਂ ਜਦੀ ਵੀ ਆ ਫਲਾਨਾ ਬਾਬਾ ਮਾੜਾ। ਚਲੋ ਮਹਾਰਾਜ ਜੀ ਉਹਨਾਂ ਨੂੰ ਵੀ ਸਮੱਤ ਬਖਸ਼ਣ ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨੇ, ਕਿਉਂਕਿ ਸਾਧ ਸੰਗਤ ਉਹਨਾਂ ਨੂੰ ਇਸ ਚੀਜ਼ ਤੱਕ ਕੋਈ ਮਤਲਬ ਨਹੀਂ ਹੁੰਦਾ। ਉਹ ਇੱਕ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪ੍ਰਸਾਦ। ਸਾਡੇ ਨਾਲ ਉਹਨਾਂ ਦਾ ਕਿਉਂ ਫਰਕ ਹੈ? ਲਓ ਸਾਡੇ ਦੇ ਕੋਈ ਸੁੱਖ ਆ ਗਿਆ, ਉਹੀ ਭੰਗੜੇ ਪਾ ਕੇ ਚੱਕ ਦੋ ਜੀ, ਮਾਰ ਦਿਆਂਗੇ ਫਲਾਨਾ। ਲੈ ਕੋਈ ਦੁੱਖ ਆ ਗਿਆ, ਮਰ ਗਏ ਮਰਾ ਗਏ, ਬਸ ਇੱਥੋਂ ਤੱਕ ਹੀ ਖੜ ਗਏ। ਸੁੱਖ ਆ ਗਿਆ ਉਹੀ ਗੁੱਡੀ ਅੰਬਰ ਸਿਰਾਂ ਤੇ ਆ, ਦੁੱਖ ਆ ਗਿਆ ਉਹੀ ਥੱਲੇ ਡਿੱਗ ਪੈਣਾ। ਪਰ ਉਹ ਰੱਬ ਦੇ ਪਿਆਰੇ ਕਿਉਂ ਸਦਾ ਆਨੰਦ ਦੇ ਵਿੱਚ ਰਹਿੰਦੇ ਨੇ? ਕਿਉਂਕਿ ਉਹਨਾਂ ਨੂੰ ਸੁੱਖ ਤੇ ਦੁੱਖ ਇੱਕੋ ਜਿਹੇ ਨੇ। ਉਹਨਾਂ ਨੂੰ ਸੁੱਖ ਵੀ ਇਹੋ ਜਿਹਾ, ਉਹ ਜਦੋਂ ਸੁੱਖ ਆ ਗਏ ਬਹੁਤਾ ਉਛਲਦੇ ਨਹੀਂ ਸਾਡੇ ਵਾਂਗੂ। ਦੁੱਖ ਆ ਗਿਆ ਉਹਨਾਂ ਨੇ ਉਹੀ ਢੇਰੀ ਢਾ ਕੇ ਨਹੀਂ ਬਹਿ ਜਾਣਾ। ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪ੍ਰਸਾਰ। ਇੱਥੋਂ ਹੀ ਆਪਣਾ ਕਾਮ ਕ੍ਰੋਧ ਨਾ ਮੋਹੀ ਹੈ। ਉਹਨਾਂ ਨੂੰ ਕਾਮ ਤੇ ਕ੍ਰੋਧ, ਉਹਨਾਂ ਨੂੰ ਕਦੇ ਕ੍ਰੋਧ ਆਉਂਦਾ ਹੀ ਨਹੀਂ। ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੂੰ ਕ੍ਰੋਧ ਆਇਆ ਹੀ ਨਹੀਂ। ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਣ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ। ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲੋਗੇ ਨਾ, ਦੁਨੀਆ ਨੇ ਵਡਿਆਈ ਆਪੇ ਕਰਨੀ ਹੈ। ਦੁਨੀਆ ਵਡਿਆਈ ਆਪੇ ਕਰੂਗੀ, ਉਸਤਤ ਆਪੇ ਕਰੂ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਹਾਰਾਜ ਕਹਿਣ ਲੱਗੇ ਤੂੰ ਆਖਦਾ ਮੈਂ 68 ਤੀਰਥਾਂ ਤੇ ਜਾ ਕੇ 60 ਤੇ 8 68 ਜਾ ਕੇ ਤੀਰਥਾਂ ਤੇ ਇਸ਼ਨਾਨ ਕਰਾਂ। ਅੱਜ ਦੇ ਸਮੇਂ ਵਿੱਚ ਕਿਸੇ ਕੋਲ ਇੰਨਾ ਟਾਈਮ ਨਹੀਂ ਵੀ 68 ਤੀਰਥ ਜਾ ਕੇ ਇਸ਼ਨਾਨ ਕੀਤਾ ਜਾਵੇ। ਮਹਾਰਾਜ 68 ਤੀਰਥਾਂ ਦਾ ਇਸ਼ਨਾਨ ਤੈਨੂੰ ਇੱਥੇ ਹੀ ਮਿਲ ਜੂ। ਕਦੋਂ? ਜੀ ਦਇਆ ਪ੍ਰਵਾਨ। ਜੀ ਦੇ ਉੱਤੇ, ਜੀਵ ਜਨਤਾਂ ਦੇ ਉੱਤੇ ਦਇਆ ਕਰ। ਕਿਉਂਕਿ ਸਾਧ ਸੰਗਤ ਮਹਾਰਾਜ ਨੇ ਤਾਂ ਦੱਸਿਆ ਹੀ ਪਹਿਲਾਂ, ਮਾ ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਹੈ ਉਹ ਦਇਆ ਦਾ ਹੀ ਪੁੱਤ ਹੈ। ਦਇਆ ਸਾਰਿਆਂ ਨੂੰ ਮਹਾਰਾਜ ਨੇ ਮੁੱਖ ਰੱਖੀ ਹੈ। ਹਰ ਇੱਕ ਜੀਵ ਦੇ ਉੱਤੇ ਦਇਆ ਕਰਨੀ। ਬਾਕੀ ਸਾਰੇ ਧਰਮ ਬਾਅਦ ਵਿੱਚ ਆਉਂਦੇ ਨੇ। ਪਹਿਲੇ ਤੇ ਇਨਸਾਨੀਅਤ ਧਰਮ ਹੁੰਦਾ ਸਾਡਾ। ਸਾਡੇ ਅੰਦਰ ਇਨਸਾਨੀਅਤ ਹੈ। ਕੋਈ ਮੁਸਲਮਾਨ ਪਿਆ ਜਾਂ ਕੋਈ ਸਿੱਖ ਪਿਆ, ਕੋਈ ਹਿੰਦੂ ਬੈਠਾ ਹੈ, ਕੋਈ ਈਸਾਈ ਬੈਠਾ ਹੈ, ਕੋਈ ਉਹਨੂੰ ਤਕਲੀਫ ਤਾਂ ਨਹੀਂ ਹੈ। ਅਸੀਂ ਦੁੱਖ ਵੰਡਾਇਆ ਉਹਦਾ। ਇਨਸਾਨੀਅਤ ਧਰਮ ਹੈ। ਮਹਾਰਾਜ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਹਰ ਇੱਕ ਜੀਵ, ਪਸ਼ੂ ਪੰਛੀ ਤੇ ਹਰ ਇੱਕ ਜੀਵ ਤੇ ਸਾਧ ਸੰਗਤ ਦਇਆ ਕਰਾਂਗੇ ਨਾ, ਮਹਾਰਾਜ ਕਹਿੰਦਾ 68 ਤੀਰਥਾਂ ਦਾ ਇਸ਼ਨਾਨ ਤੇਰਾ ਘਰ ਬੈਠੀ ਹੋ ਜੂ। ਮਾਫ ਕਰਿਓ, ਮੈਂ ਮਾਫੀ ਮੰਗ ਕੇ ਇਹ ਬੇਨਤੀ ਕਰਦਾ ਵੀ ਸਾਡਾ ਤਾਂ ਉਦੋਂ ਤੱਕ ਵਿਆਹ ਪੱਕਾ ਨਹੀਂ ਹੁੰਦਾ, ਆਨੰਦ ਕਾਰਜ ਪੱਕੇ ਨਹੀਂ ਹੁੰਦੇ ਜਦੋਂ ਤੱਕ ਅਸੀਂ 100 ਮੁਰਗਾ ਨਾ ਵੱਢਦੀ। ਆਖੋ ਸਤਨਾਮ ਸ਼੍ਰੀ। ਜਦ ਤੱਕ 100 ਮੁਰਗੇ ਨੂੰ ਬਲੀ ਨਾ ਚਾੜ ਦਈਏ, ਕਿੱਧਰ ਗਈ ਸਾਡੀ ਦਇਆ? ਫਿਰ ਕਿਹੜੇ 68 ਤੀਰਥਾਂ ਦਾ ਇਸ਼ਨਾਨ ਕਰਦਾ ਫਿਰਦਾ ਹੈ? 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਮਾਰ ਹਰ ਇੱਕ ਜੀਵ ਦੇ ਉੱਤੇ ਦਇਆ ਕਰ। ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਆਓ ਇਸ ਮਹੀਨੇ ਦੇ ਦੁਆਰਾ ਕਥਨ ਮਹਾਰਾਜ ਜੀ ਨੇ ਇਸ ਤਰ੍ਹਾਂ ਕੀਤਾ ਹੈ। ਤੇਰਾ ਭਲਾ ਹੋ ਸਕਦਾ ਹੈ ਕਦੋਂ? ਮਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਜਿਨ੍ਹਾਂ ਦੇ ਉੱਤੇ ਮਹਾਰਾਜ ਜੀ ਦੀ ਦਇਆ ਹੋਵੇ, ਜਿਨ੍ਹਾਂ ਦੇ ਉੱਪਰ ਦ੍ਰਿਸ਼ਟੀ ਹੋਵੇ, ਸਾਧ ਸੰਗਤ ਉਹ ਪਰਮੇਸ਼ਰ ਦੇ ਰੰਗ ਨੂੰ ਮਾਣਦੇ ਨੇ। ਆਓ ਸਮੇਂ ਜੋ ਸਮਾਂ ਕੱਢ ਕੇ ਭਲਿਆਂ ਪੁਰਸ਼ਾਂ ਦੀ ਸੰਗਤ ਵੀ ਕਰੀਏ। ਸਾਧ ਸੰਗਤ ਜਿੰਨੀਆਂ ਵੀ ਸੰਗਤਾਂ ਨੇ ਆਪ ਜੀ ਨੇ ਤਿੰਨੋਂ ਦਿਨ ਹਾਜ਼ਰੀਆਂ ਭਰੀਆਂ ਨੇ, ਆਪ ਜੀ ਦਾ ਕੋਟਾਨ ਕੋਟ ਧੰਨਵਾਦ ਪ੍ਰਬੰਧਕਾਂ ਵੱਲੋਂ।
ਬਾਬਾ ਜੀ ਆਏ ਨੇ, ਇਹਨਾਂ ਦਾ ਵੀ ਧੰਨਵਾਦ ਬਿਲਾਸਪੁਰ ਤੋਂ। ਇਹ ਵੇਖ ਲਓ ਮਹਾਂਪੁਰਖਾਂ ਦੀ ਇਹਨਾਂ ਤੇ ਇਹੋ ਜਿਹੀ ਬਖਸ਼ਿਸ਼ ਹੈ। ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ ਮਹਾਂਪੁਰਖਾਂ ਦੇ ਦੀਵਾਨਾਂ ਵਿੱਚ ਜਾਂਦੇ ਸੀ। ਹਜੇ ਵੀ ਜਾਣੀ ਕਿ ਬੋਲ ਜਿਹੜਾ ਹੈ ਨਾ, ਭਾਵ ਆਪਣੀ ਇਹੀ ਵਿਚਾਰ ਆਰੰਭ ਤੋਂ ਚੱਲ ਰਹੀ ਹੈ ਵੀ ਮਹਾਂਪੁਰਖਾਂ ਦੀ ਸੰਗਤ ਕਰਿਆ ਤੇ ਕੀ ਲਾਭ ਹੁੰਦਾ ਹੈ, ਉਹਨਾਂ ਦੀ ਸੰਗਤ ਕੀਤਿਆਂ ਤੇ ਕੀ ਫਾਇਦੇ ਨੇ ਸਾਨੂੰ। ਉਹ ਜਿਹੜੇ ਤਨ ਦੇ ਤਾਂ ਤੇਰੇ ਰੋਗ ਸਵਾਰਨਗੇ, ਤੇਰੇ ਮਨ ਦੇ ਰੋਗ ਵੀ ਸਵਾਰ ਦੇਣਗੇ। ਆਖੋ ਸਤਿਨਾਮ। ਸਤਨਾਮ ਸ਼੍ਰੀ ਵਾਹਿਗੁਰੂ। ਆ ਬਾਬਾ ਜੀਆਂ ਦੇ ਨਾ ਜ਼ੁਬਾਨ ਜਮਾ ਬੋਲਦੇ ਨਹੀਂ ਸੀ। ਮਹਾਂਪੁਰਖ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਮਹਾਂਪੁਰਖਾਂ ਦੇ ਕੋਲ ਜਾਂਦੇ, ਜਿਨ੍ਹਾਂ ਦੀ ਦਾਸ ਨੇ ਸੰਗਤ ਕੀਤੀ ਹੈ। ਅੱਜ ਤਾਂ ਤੁਹਾਡੇ ਵਿੱਚ ਮਾੜਾ ਮੋਟਾ ਬੋਲ ਬਾਲ ਲੈਂਦੇ ਆ, ਨਹੀਂ ਤਾਂ ਆਉਂਦਾ ਹੀ ਕੱਖ ਨਹੀਂ। ਤੇ ਸਾਧ ਸੰਗਤ ਦੀਵਾਨਾਂ ਦੇ ਵਿੱਚ ਜਾਂਦੇ, ਬੋਲ ਜਮਾ ਨਹੀਂ ਸੀ ਇਹਨਾਂ ਦੇ। ਪਰਸੋਂ ਮੈਨੂੰ ਫੋਨ ਆਇਆ ਸੀ, ਕਹਿਣ ਲੱਗੇ ਮਿਲਣਾ। ਮੈਂ ਕਿਹਾ ਪਰਸੋਂ ਨੂੰ ਸ਼ਹੀਦਾਂ ਦੇ ਅਸਥਾਨ ਤੇ ਆ ਜਾਓ, ਨਾਲੇ ਆਪ ਜੀ ਉੱਥੇ ਹਾਜ਼ਰੀ ਭਰ ਲਿਓ। ਜਮਾ ਬੋਲ ਤਾਂ ਹੈ ਹੀ ਨਹੀਂ ਸੀ ਇਹਨਾਂ ਦੇ, ਬੋਲ ਤਾਂ ਸਕਦੇ ਨਹੀਂ ਸੀ। ਮੰਨ ਲਓ ਜਿਵੇਂ ਗੂੰਗਾ ਮੁਖ ਕਹਿ ਦਈਏ ਮਹਾਂਪੁਰਖਾਂ ਨੂੰ। ਮਹਾਂਪੁਰਖ ਕਹਿਣ ਲੱਗੇ ਕੀ ਗੱਲ ਸਿੰਘਾ, ਭਾਵੇਂ ਬਾਹਮਣਾਂ ਦੇ ਘਰ ਦਾ ਜਨਮ ਹੈ ਇਹਨਾਂ ਦਾ, ਬਾਬਾ ਜੀਆਂ ਦਾ ਬਾਹਮਣਾਂ ਦੇ ਘਰ ਦਾ ਜਨਮ, ਪਰ ਵੇਖ ਲਓ ਕਿੰਨੀ ਰੰਗ ਚੜਿਆ, ਮਹਾਂਪੁਰਖਾਂ ਦੀ ਸੰਗਤ ਕੀਤੀ ਹੋਈ ਹੈ। ਮਹਾਂਪੁਰਖ ਕਹਿਣ ਲੱਗੇ ਤੇਰਾ ਕੋਈ ਗੱਲ ਨਹੀਂ, ਤੂੰ ਬੋਲਣ ਲੱਗ ਜਾਏਗਾ, ਐਂ ਕਰ ਦੀਵਾਨਾਂ ਦੇ ਵਿੱਚ ਆਉਣਾ ਹੋ ਨਾ, ਜਕਾਰਾ ਛੱਡ ਦਿਆ ਕਰ। ਤੇ ਸਾਧ ਸੰਗਤ ਵੇਖ ਲਓ, ਅੱਜ ਜਦ ਜਿੱਥੇ ਵੀ ਦੀਵਾਨ ਹੋਵੇ ਨਾ, ਮਹਾਂਪੁਰਖਾਂ ਦੀਵਾਨਾਂ 'ਚ ਪਹੁੰਚ ਜਾਣਾ, ਜਕਾਰਾ ਛੱਡਦੇ ਨੇ। ਅੱਜ ਕਿੱਥੇ ਤਾਂ ਜਮਾ ਹੀ ਨਹੀਂ ਸੀ ਬੋਲ ਹੁੰਦਾ, ਅੱਜ ਗੱਲ ਸਮਝ ਲੱਗਦੀ ਹੈ, ਬੋਲ ਵੀ ਹੁੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮਹਾਂਪੁਰਖਾਂ ਦੀ ਸੰਗਤ ਹੀ ਸਾਡਾ ਜੀਵਨ ਬਦਲ ਸਕਦੀ ਹੈ। ਇੱਕ ਸ਼ਬਦ ਪੜਾਓ। ਇਹ ਸਾਡਾ ਮਹਾਂਪੁਰਖਾਂ ਦਾ ਜੀਵਨ ਹੀ ਸਾਡਾ ਸਵਾਰ ਦੇਣ। ਕਿਉਂਕਿ ਸਾਧ ਸੰਗਤ ਕਿਸੇ ਦਰਿਆ ਨੂੰ ਪਾਰ ਕਰਨਾ ਹੋਵੇ ਨਾ, ਉਸ ਦਰਿਆ ਨੂੰ ਪਾਰ ਕਰਨ ਵਾਸਤੇ ਬੇੜੀ ਦੀ ਲੋੜ ਹੈ, ਕਿਸੇ ਸਮੁੰਦਰੀ ਜਹਾਜ਼ ਦੀ ਲੋੜ ਹੈ, ਕਿਸੇ ਬੇੜੇ ਦੀ ਲੋੜ ਹੈ। ਪਰ ਜੇ ਤੁਸੀਂ ਸੰਸਾਰ ਸਮੁੰਦਰ ਸਾਗਰ ਨੂੰ ਪਾਰ ਕਰਨਾ ਨਾ, ਇਹਨੂੰ ਪਾਰ ਕਰਨ ਵਾਸਤੇ ਇੱਕ ਸੰਤ ਮਹਾਂਪੁਰਖ ਹੁੰਦੇ ਨੇ, ਜਿਨ੍ਹਾਂ ਦੇ ਸੰਗਤ ਕਰਿਆ ਆ ਸੰਸਾਰ ਭਵਜਲ ਤੋਂ ਅਸੀਂ ਪਾਰ ਹੋ ਸਕਦੇ ਹਾਂ। ਆਓ ਬੇਨਤੀ ਕਰਾਂਗੇ, ਇੱਕ ਧਾਰਨਾ ਪੜ੍ਹ ਦੇਣਗੇ, ਉਸ ਤੋਂ ਬਾਅਦ ਫਿਰ ਆਪਾਂ ਆਨੰਦ ਸਾਹਿਬ ਪੜ੍ਹ ਦਿਆਂਗੇ। ਇੱਕ ਧਾਰਨਾ ਦੀ ਹਾਜ਼ਰੀ ਇਹਨਾਂ ਤੋਂ ਵੀ ਲਵਾਉਣੀ ਹੈ। ਸਾਧ ਸੰਗਤ ਸੰਤਾਂ ਦੀ ਸੰਗਤ ਕਰਿਆ, ਵੱਡੇ ਵੱਡੇ ਪਾਪੀ ਤਰ ਗਏ। ਅੰਮ੍ਰਿਤ ਵੇਲੇ ਆਪ ਜੀ ਮਾਤਾ ਪਾਸੋਂ ਸਰਵਣ ਕਰਦੇ ਸੀ, ਗਣਕਾ ਪਾਪਣ ਵਰਗੀਆਂ ਤਰ ਗਈਆਂ। ਕੋਈ ਹਾਰ ਪਾਉਂਦੇ ਆਪਣੇ ਗਲੇ ਦੇ ਵਿੱਚ, ਫੁੱਲਾਂ ਦਾ ਹਾਰ ਪਾ ਲੈਂਦਾ, ਜੇ ਕੋਈ ਮਾੜਾ ਕਰਮ ਕਰਦਾ ਉਹ ਛਿੱਤਰਾਂ ਦਾ ਹਾਰ ਪਾ ਲੈਂਦਾ। ਪਰ ਗਣਕਾ ਪਾਪਣ ਇੱਕ ਇਹੋ ਜੀ ਸੀ ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਜਿਹੜਾ ਗਲ ਦੇ ਵਿੱਚ ਹਾਰ ਪਾਇਆ ਉਸਨੇ ਨਾ ਕਾਹਦਾ ਪਾਲਿਆ, ਪਾਪਾਂ ਦਾ ਹਾਰ ਗਲ ਵਿੱਚ ਪਰੋ ਕੇ ਪਾਲਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਜਦੋਂ ਉਹਦਾ ਉਧਾਰ ਕੀਤਾ, ਸੰਤਾਂ ਦੀ ਸੰਗਤ ਹੋਈ, ਉਹਦਾ ਵੀ ਉਧਾਰ ਕਰ ਦਿੱਤਾ। ਅਜਾਮਲ ਪਾਪੀ ਵਰਗਿਆਂ ਦਾ ਵੀ ਸੰਤਾਂ ਨੇ ਉਧਾਰ ਕਰ ਦਿੱਤਾ ਹੈ। ਆਪਾਂ ਵੀ ਕਿਉਂ ਨਹੀਂ ਤਰਾਂਗੇ ਸਾਧ ਸੰਗਤ। ਆਓ ਮੈਂ ਧਾਰਨਾ ਪੜ੍ਹ ਕੇ ਫਿਰ ਅਗਲਾ ਸਮਾਂ ਇੱਕ ਧਾਰਨਾ ਦੀ ਹਾਜ਼ਰੀ ਬਾਬਾ ਜੀ ਕੋਲੋਂ ਆਪਾਂ ਜ਼ਰੂਰ ਫਿਰ ਆਪਾਂ ਆਨੰਦ ਸਾਹਿਬ ਦੀ ਬਾਣੀ ਦਾ ਜਾਪ ਕਰਾਂਗੇ। ਸਾਧ ਸੰਗਤ ਸੰਤਾਂ ਦੀ ਸੰਗਤ ਕਦੇ ਇਸ ਸੰਸਾਰ ਦੇ ਆਇਆ ਜਿੱਥੇ ਵੀ ਮਿਲੇ ਉੱਥੇ ਹੀ ਕਰਨੀ ਚਾਹੀਦੀ ਹੈ। ਕਬੀਰ ਸੰਤ ਕੀ ਗੈਲ ਨਾ ਛੋਡੀ ਹੈ, ਮਾਰਗ ਲਾਗਾ ਜਾਓ ਪੇਖਤ ਹੀ ਪੁਨੀਤ ਹੋਏ, ਭੇਟਤ ਜਪਿਆ ਨਾਉ। ਆਪ ਉਹੀ ਧਾਰਨਾ ਦੁਬਾਰਾ ਆਪਾਂ ਪੜ੍ਹ ਲਈਏ। ਜੀ ਮਾਰਗ ਸੰਤਾਂ ਦਾ, ਮਾਰਗ ਸੰਤਾਂ